वाहिगुरु। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। वाहिगुरु जी। आखां जीवां विसरै मर जाओ, आखने आखा साचा नाओ। आखां जीवां विसरै मर जाओ, आखने आका साचा नाओ। साचे नाम की लागे भूख, उत भूखे खाए सॉरी। साचे नाम की लागे भूख, उत भूखे खाए चलिए दुख। सो क्यों विसरे मेरी माए, साचा साहिब साचे नाई राव। साचे नाम की तिलवटी आई, आख थके कीमत नहीं पाई। जी सब मिलके आखण पाए, बड़ा ना होए घाट न जाए। ना हो मरे न होए सोग, दींदा रहे न चूके भोग। गुण ये हो और नाही कोय, ना को होया ना कोय। चेवट आप तेवट तेरी दात, जिन दिन करके कीती रात। कसम विसारे ते कम जात, नानक नावे पाज सनात। कसम विसारे ते कम जात, नानक नावे पाज सनात। वाहिगुरु 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 जीओ। वाहिगुरु जी का खालसा वाहिगुरु जी खालसा वाहिगुरु जी की फतेह। थोड़ी गड़बड़ हुई। हाँ जी, आज शब्द हैगा मन रे गहियो न गुर उपदेश। कोई करेगा जी या पिछली बारी वांगू? I can do. Okay, please. सोरठ महला नौवां। मन रे गहियो ना गुर उपदेश, कहाँ पयो जो मुंड मुंडायो।
ਭਗਵੋ ਕੀਨੋ ਭੇਸ ਰਹਾਓ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਇਹ ਮੇਰੇ ਮਨ, ਤੂੰ ਗੁਰੂ ਦਾ ਉਪਦੇਸ਼ ਨੂੰ ਕਦੇ ਬੇਸ਼ੱਕ ਸੁਣਿਆ ਹੈ, ਬਟ ਕਦੇ ਉਸਨੂੰ ਆਪਣੇ ਅੰਦਰ ਮਨ ਦੇ ਅੰਦਰ ਉਸਨੂੰ ਧਾਰਨ ਨਹੀਂ ਕੀਤਾ। ਉਸ ਦਾ ਜਿਵੇਂ ਅਸੀਂ ਪਹਿਲੇ ਕੀਤਾ ਸੀ ਕਿ ਗਿਆ, ਇਸ ਵਰਡ ਨੂੰ ਅਸੀਂ ਜਿਵੇਂ ਜਪਜੀ ਸਾਹਿਬ ਵਿੱਚ ਵੀ ਕੀਤਾ ਸੀ ਕਿ ਗਾ ਗਾਣਾ, ਮਤਲਬ ਕਿ ਉਸਨੂੰ ਪੂਰੀ ਤਰ੍ਹਾਂ ਅੰਡਰਸਟੈਂਡ ਕਰਕੇ ਉਸਨੂੰ ਆਪਣੇ ਮਨ ਦੇ ਵਿੱਚ ਮਤਲਬ ਉਸਨੂੰ ਲੈ ਲੈਣਾ, ਉਸਦਾ ਪੂਰੀ ਐਸੈਂਸ ਨੂੰ ਸਮਝ ਲੈਣਾ। ਤੂੰ ਗੁਰੂ ਦੇ ਉਪਦੇਸ਼ ਨੂੰ ਬਿਲਕੁਲ ਵੀ ਸਮਝਿਆ ਨਹੀਂ ਹੈ। ਕਹਾਂ ਭਇਓ ਜੋ ਮੁੰਡ ਮੁੰਡਾਇਓ। ਤੇ ਜਿਸ ਤਰ੍ਹਾਂ ਕਿ ਇੱਥੇ ਹੁਣ ਐਗਜ਼ਾਮਪਲ ਦਿੱਤੀ ਹੈ ਕਿ ਜਿਸ ਤਰ੍ਹਾਂ ਕਿ ਪੰਡਤ ਜਾਂ ਸੰਨਿਆਸੀ ਬਣ ਜਾਂਦੇ ਸਨ, ਆਪਣੇ ਬਾਲ, ਉਹ ਬੋਲਦੇ ਸਨ ਕਿ ਅਸੀਂ ਬਾਲ ਦਾਨ ਕਰਕੇ ਤੇ ਅਸੀਂ ਭਗਵੇ ਕੱਪੜੇ ਪਾ ਕੇ ਅਸੀਂ ਫਿਰ ਉਸ ਪਰਮਾਤਮਾ ਨੂੰ ਪਾਣਾ ਹੈ। ਤੇ ਉਸ ਨਾਲ ਕੀ ਹੋਏਗਾ ਅਗਰ ਤੂੰ ਮੁੰਡ ਮੁੰਡਾ ਕੇ ਤੇ ਭਗਵੇ ਕੱਪੜੇ ਪਾ ਕੇ, ਕੀ ਫਾਇਦਾ ਹੋਏਗਾ ਅਗਰ ਤੂੰ ਗੁਰੂ ਦਾ ਉਪਦੇਸ਼ ਨੂੰ ਆਪਣੇ ਮਨ ਦੇ ਵਿੱਚ ਨਹੀਂ ਸਮਾਏਗਾ। ਤੇ ਇਹਨਾਂ ਦੋਨਾਂ ਚੀਜ਼ਾਂ ਕੋਈ ਲਾਭ ਨਹੀਂ ਹੈ, ਕੋਈ ਫਾਇਦਾ ਨਹੀਂ ਹੈ। ਸਾਚ ਛਾੜ ਕੇ ਝੂਠੈ ਲਾਗਿਓ, ਜਨਮ ਅਕਾਰਥ ਖੋਇਓ, ਕਰ ਪਰਪੰਚ ਉਦਰ ਨਿਚ ਪੋਖਿਓ, ਪਸ਼ੂ ਕੀ ਨਿਆਈ ਸੋਇਓ। ਤੇ ਸੱਚ ਉਸ ਪਰਮਾਤਮਾ ਦੇ ਸੱਚੇ ਨਾਮ ਨੂੰ ਛੱਡ ਕੇ ਅਸੀਂ, ਮੇਰਾ ਮਨ ਝੂਠੇ ਰਸਤੇ ਵਿੱਚ, ਦੂਜੇ ਰਸਤੇ ਵਿੱਚ ਜਿਹੜਾ ਚੀਜ਼ਾਂ ਵਿਨਾਸ਼ ਹੋਣ ਵਾਲੀਆਂ ਹਨ ਉਹਨਾਂ ਦੇ ਨਾਲ ਲੱਗਿਆ ਹੋਇਆ ਹੈ। ਤੇ ਜਿਹੜਾ ਇਹ ਸਾਡਾ ਜਨਮ ਹੈ, ਇਸਨੂੰ ਅਕਾਰਤ ਮਤਲਬ ਕਿ ਜਸਟ ਵਿਅਰਥ ਹੀ ਗਵਾ ਰਿਹਾ ਹਾਂ। ਤੇ ਮੈਂ ਪਰਪੰਚ ਕਰਕੇ ਵੱਡੇ ਆਪਣੇ ਐਫਰਟਸ ਕਰਕੇ, ਜਿਹੜੇ ਸਾਰੇ ਛਲ ਪਖੰਡ ਠੱਗ ਕਰਕੇ ਆਪਣਾ ਪੇਟ ਪਾਲਣ ਕਰ ਰਿਹਾ। ਖਾਲੀ ਪਾਲਣ ਵੀ ਨਹੀਂ ਕਰਿਆ, ਜੋ ਮੈਨੂੰ ਚਾਹੀਦਾ ਵੀ ਨਹੀਂ ਹੈ ਉਹ ਵੀ ਮੈਂ ਐਕਵਾਇਰ ਕਰ ਰਿਹਾ ਪੂਰਾ, ਆਪਣੀ ਤ੍ਰਿਸ਼ਨਾ ਵਿੱਚ, ਮਾਇਆ ਵਿੱਚ ਸਾਰਾ ਇਕੱਠਾ ਕਰ ਰਿਹਾ ਆਪਣੇ ਸਿਰਫ ਤ੍ਰਿਸ਼ਨਾ ਲੋਭ ਨੂੰ ਪੂਰਾ ਕਰਨ ਵਾਸਤੇ। ਤੇ ਸਾਰਾ ਕੁਝ ਕਰਕੇ ਫਿਰ ਮੈਂ ਪਸ਼ੂਆਂ ਵਾਂਗ ਸੁੱਤਾ ਰਹਿੰਦਾ, ਮਤਲਬ ਕਿ ਮੈਂ ਬਿਲਕੁਲ ਬੇਫਿਕਰ ਹੋ ਕੇ ਸੋ ਜਾਂਦਾ ਕਿ ਹਾਂ ਮੈਂ ਇੰਨਾ ਕੁਝ ਐਕਵਾਇਰ ਕਰ ਲਿਆ ਹੈ, ਫਿਰ ਮੈਂ ਕੱਲ ਦੁਬਾਰਾ ਹੋਰ ਕਰਾਂਗਾ। ਤੇ ਮੈਂ ਕੁਝ ਵੀ ਸੱਚ ਦੀ ਸਾਈਡ ਆਪਣਾ ਮਨ ਨਹੀਂ ਲਗਾ ਕੇ, ਇਹ ਸਾਰਾ ਦੂਜੇ ਸਾਈਡ ਹੀ ਆਪਣਾ ਮਨ ਲੱਗਿਆ ਹੋਇਆ। ਰਾਮ ਭਜਨ ਕੀ ਗਤ ਨਹੀਂ ਜਾਣੀ, ਮਾਇਆ ਹਾਥ ਬਿਕਾਨਾ, ਉਰਜ ਰਹਿਓ ਵਿਖਿਆਨ ਸੰਗ ਬੋਰਾ, ਨਾਮ ਰਤਨ ਬਿਸਰਾਣਾ। ਫਿਰ ਸੇਮ ਗੱਲ ਹੈ ਕਿ ਜਿਹੜਾ ਪਰਮਾਤਮਾ ਦਾ ਅਗੇਨ ਉਪਦੇਸ਼ ਹੈ, ਪਰਮਾਤਮਾ ਦਾ ਭਜਨ ਹੈ, ਉਸਦੀ ਮੈਂ ਗਤ ਨਹੀਂ ਜਾਣੀ, ਉਸਦੀ ਮੈਂ ਅਸੈਂਸ ਜੁਗਤੀ ਨਹੀਂ ਸਮਝ ਸਕਿਆ। ਤੇ ਮੈਂ ਮਾਇਆ ਦੇ ਹੱਥ ਹੀ ਆਪਣਾ ਮਨ ਸੌਂਪ ਦਿੱਤਾ, ਮਾਇਆ ਨੂੰ ਹੀ ਸੌਂਪ ਦਿੱਤਾ। ਮੇਰਾ ਜੋ ਵੀ ਮੈਂ ਕੰਮ ਕਰਦਾ ਮਾਇਆ ਦੇ ਹੀ ਮਾਇਆ ਨੂੰ ਇੰਸਪਾਇਰ ਹੋ ਕੇ ਕਰਦਾ, ਮਾਇਆ ਦੇ ਪ੍ਰਭਾਵ ਵਿੱਚ ਹੀ ਕਰਦਾ। ਉਰਜ ਰਹਿਓ ਵਿਖਿਆਨ ਸੰਗ ਬੋਰਾ। ਤੇ ਮੇਰਾ ਮਨ ਜਿਹੜਾ ਹੈ ਇਹ ਉਲਝਿਆ ਰਹਿੰਦਾ ਹੈ ਸਾਰੇ ਮਾਇਆ ਦੇ ਪਦਾਰਥਾਂ ਵਿੱਚ ਹੀ, ਮਾਇਕ ਪਦਾਰਥਾਂ ਵਿੱਚ ਹੀ। ਤੇ ਜਿਹੜਾ ਨਾਮ ਰਤਨ ਹੈ, ਜਿਹੜਾ ਐਕਚੁਅਲ ਪਰਮਾਤਮਾ ਦਾ ਨਾਮ ਹੈ, ਉਸਨੂੰ ਮੈਂ ਭੁੱਲ ਗਿਆ। ਰਹਿਓ ਅਚੇਤ ਨਾ ਚੇਤਿਓ ਗੋਬਿੰਦ, ਬਿਰਥਾ ਔਦ ਸਿਰਾਣੀ। ਫਿਰ ਜਿਹੜੇ ਮਾਇਆ ਦੇ ਪ੍ਰਭਾਵ ਵਿੱਚ ਮੇਰਾ ਮਨ ਪੂਰਾ ਉਲਝ ਗਿਆ ਹੈ, ਤੇ ਇਹ ਅਚੇਤ ਉਸਦੀ ਕੁਝ ਆਪਣੀ ਚੇਤਨਾ ਨਹੀਂ ਹੈ। ਜਿਹੜੀ ਆਪਣੀ ਬੁੱਧੀ ਹੈ ਉਹ ਬਿਲਕੁਲ ਵੀ ਕੋਮਾ ਵਿੱਚ ਹੈ, ਸੁੱਤੀ ਹੋਈ ਹੈ। ਉਸਦੀ ਕੋਈ ਬੁੱਧੀ ਬਿਲਕੁਲ ਵੀ ਉੱਪਰ ਨਹੀਂ ਆਉਂਦੀ। ਮਾਇਆ ਦਾ ਪ੍ਰਭਾਵ ਇੰਨਾ ਜ਼ਿਆਦਾ ਹੋ ਗਿਆ ਹੈ ਕਿ ਉਹ ਅਚੇਤ ਹੋ ਗਿਆ ਹੈ ਤੇ ਪਰਮਾਤਮਾ ਨੂੰ ਬਿਲਕੁਲ ਵੀ ਯਾਦ ਨਹੀਂ ਕਰਦਾ, ਬਿਲਕੁਲ ਵੀ ਉਸ ਥਾਟਸ ਪ੍ਰੋਸੈਸ ਵਿੱਚ ਪਰਮਾਤਮਾ ਦਾ ਨਾਂ ਹੀ ਨਹੀਂ ਆਉਂਦਾ। ਤੇ ਉਸਦੀ ਜਿਹੜੀ ਉਸਨੇ ਆਪਣੀ ਪੂਰੀ ਜ਼ਿੰਦਗੀ ਹੈ ਇਸ ਤਰ੍ਹਾਂ ਹੀ ਗੁਜ਼ਾਰ ਦਿੱਤੀ ਹੈ, ਯੂਜ਼ਲੈਸ, ਬਿਨਾਂ ਕਿਸੇ ਅਰਥ ਦੇ ਹੀ ਗੁਜ਼ਾਰ ਦਿੱਤੀ ਹੈ। ਕਹੋ ਨਾਨਕ
हर बिरद पछानो भूले सदा पुरानी। ते परमात्मा दा जेड़ा बिरद है, परमात्मा दा जेड़ा उसदा जेड़ा सेंट्रल आइडिया है, जां सेंट्रल नेचर है, जां उसदा एक्चुअल जेड़ा उसदे गुण हैं, उसनू पहचान, मेरे मन उसनू पहचान ते भूले सदा पुरानी। ईवन दो मेरा जे मैं पुरानी हाँ, ये सदा भुल्लां ही करदा रहिंदा है, बट भुल्लां विच कदे मन तू परमात्मा दे उपदेश नू, फिर राहो दी पंक्ति फिर तो बोल दिए कि उसके उपदेश नू तू सारी माया दे प्रभाव विच तू बड़ी भुल्लां करदा है, बट स्टिल अगर उसके उपदेश नू थोड़ा समझ लेगा ते फिर तू उसके बिरद नू पहचान सकता है, उसके परमात्मा दे गुणां नू पहचान सकता है। Improvisation. Anji? The only thing that I was not sure of the last line, Kau Nanak har birat pachano. So oh Paramatma nu keh rahe ne ki tu apna birat, your core belief or your core nature is love. So tu hi kuch kar sakta hai, assi te sare bhulle pe hain. Is that, are we asking God to go into his core love and forgive us? Good question. Besides, और कुछ? कोई नहीं? Yeah, Okay. Yeah, Benjamin, please. I think it's come to a desperate state that we are losing the battle, and therefore Guruji is invoking the divine. It's now all left to you to turn us around. Okay. Since no one else is... Sorry. On the other hand, no, go ahead. The whole Gurbani is, we have come to page 633. The whole Gurbani is teaching us how to live the righteous life. And I guess that can never be ending. It's always like a kaleidoscope. You've got to keep turning and turning and turning and turning until you get to that perfect light. And so this whole Guru Granth Sahib, I guess, is like a kaleidoscope telling us to make the changes, make the changes, make the changes until we get to be connected with the divine. But maybe at this stage, Guruji is saying, we give up. Only you can save us. That's my take. Let's go to the how, first of all. Ravdeep ji, you started with the main karda. It's good way of personifying, but here is the thin line. As Shabad de vich, it is addressive to my man. Man re, hagi first person chi hai, or it is second person ho gaya. You understand? Man re is the second person. Pai re is the second person. है ना? So man re गहे ना गुरु उपदेश हो मेरे मना, मैं नहीं लेंदा कि तू नहीं लेंदा, ए कैच है बस सारे शब्द। You got the point? मन रे हो मेरे मना, अगे तू नहीं लेंदा, है ना? जे मैं कहां ओ मेरे मना मैं नहीं लेंदा, ते मन कहंदा चल ठीक है तू ले लै, मैं अपने कारगुजारी करी जाना जो मैं करदा पिया। राइट? सो बाणी च बहुत खास तौर ते नौवें पातशाह दे विच बाणी विच मन रे बहुत आया है, ते जिथे भी आउंदा है किधरे सेकंड थर्ड पर्सन भी हैगा, यू नो, पर जिथे कहंदे जाग लियो रे मना जाग ले, हुण उथे मन नूं जगा रहे ने ना। सो जदों मैं इस तरह लवांगा सेकंड पर्सन दे विच मन नूं मुखातिब करके, ते फिर आएगा कहां पे हो जाओ मुंड मुंडायो भगवो कीनो वेस। हुण इत्थे उन्हां दी गल ही कीती नहीं है असीं ਜਿਹੜੇ जोगी ने या ਜਿਹੜੇ ਭੇਖਧਾਰੀ ਨੇ,
ਹੁਣ ਇਹ ਮੇਰੇ ਤੇ ਕਿੱਦਾਂ ਅਪਲਾਈ ਹੋਏਗੀ, ਮੇਰੇ ਮਨ ਤੇ? I have to find that। ਜਾਂ ਫਿਰ ਇਹ ਉਹਨਾਂ ਦੇ ਮਨਾਂ ਦੀ ਗੱਲ ਹੋ ਗਈ, ਮੇਰੀ ਤੇ ਹੋਈ ਨਹੀਂ। ਸੋ I am free to go। ਕਹਾਂ ਪਏ ਹੋ ਜੋ ਹੁਣ ਮੂੰਡ ਮੀਨਸ ਰੱਬ ਨੂੰ ਪਾਣ ਦੇ ਲਈ ਜਿਹੜੇ ਵੀ ਤਰੀਕੇ ਹੈ ਨਾ, ਕਿਰਿਆਚਾਰ ਕਰੇ ਖਟ ਕਰਮਾ ਇਤਰਾਤੇ ਸੰਸਾਰੀ, ਕਿਰਿਆਚਾਰ ਜਿਹੜੇ ਵੀ ਅਸੀਂ ਤਰੀਕੇ ਅਪਣਾਉਂਦੇ ਆ। ਹੁਣ ਸਾਡੇ ਚ ਕਿਹੜਾ ਤਰੀਕਾ ਹੈ? ਅੰਮ੍ਰਿਤ ਛਕ ਲਓ, ਰਾਈਟ, ਗੁਰਦੁਆਰੇ ਚਲੇ ਜਾਓ, ਸਵੇਰੇ ਉਠੋ। ਮੈਂ ਕਈਆਂ ਨੂੰ ਇਹ ਵੀ ਦੇਖਿਆ, ਬਾਬਾ ਜੀ ਦੇ ਕਮਰੇ, ਆਪਣੇ ਘਰ ਬਾਬਾ ਜੀ ਦੇ ਕਮਰੇ 'ਚ ਜਾਣ ਲੱਗਿਆ ਕੱਪੜੇ ਚੇਂਜ ਕਰਦੇ, ਕੁੜਤਾ ਪਜਾਮਾ, ਨਹੀਂ ਜੀ ਮੈਂ ਇਹ ਬਾਬਾ ਜੀ ਦੇ ਕੱਪੜੇ, ਬਾਬਾ ਜੀ ਦੇ ਕਮਰੇ ਦੇ ਕੱਪੜੇ, ਇਹ ਵੀ ਹੈਗਾ। ਸੋ ਉਹ ਜਿਹੜੀ ਗੱਲ ਹੈ ਉਹ ਸਾਰੀ ਜਾਇਜ਼ ਤਾਂ ਹੈ ਜੇ ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕੀਤਾ। ਗਹਿਓ ਇਜ਼ ਦਾ ਕੀ ਵਰਡ ਹੇਅਰ। ਗਹਿਓ ਫੜਿਆ, ਹਾਸਲ ਕੀਤਾ, ਧਾਰਨ ਕੀਤਾ। ਪਹਿਲੀ ਗੱਲ ਐਕਸੈਪਟੈਂਸ, ਫਿਰ ਉਹਨੂੰ ਐਸਿਮੀਲੇਟ ਕਰਨਾ, ਅੰਡਰਸਟੈਂਡ ਕਰਨਾ, ਫਿਰ ਐਸਿਮੀਲੇਟ ਕਰਨਾ, ਫਿਰ ਇੰਪਲੀਕੇਟ ਕਰਨਾ। ਜਦੋਂ ਤੱਕ ਇੰਪਲੀਕੇਸ਼ਨ ਨਹੀਂ ਹੈਗੀ ਉਦੋਂ ਤੱਕ ਗਹਿਓ ਨਹੀਂ ਹੋਇਆ। ਉਹ ਇੱਕ ਹੋਰ ਥਾਂ ਤੇ ਆਂਦਾ, ਗਾਏ ਸੁਨੇ ਨਹੀਂ ਸੌਰੀ ਗਹਿਓ ਜੌਲੋ ਨਾ, ਗਾਏ ਸੁਨੇ ਆਂਖੇ ਮੀਚੇ ਪਾਈਏ ਨਾ ਪਰਮ ਪਦ, ਗੁਰ ਉਪਦੇਸ਼ ਗਹਿ ਜੌਲੋ ਨਾ ਕਮਾਈਏ। ਸੋ ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰਨਾ ਹੈ, ਇਹ ਅੱਧਾ ਪਾਰਟ ਹੈ। ਉਹਦੀ ਅੱਗੋਂ ਕਮਾਈ ਕਰਨੀ ਇਹ ਪੂਰੀ ਗੱਲ ਹੈ ਨਾ। ਫਿਰ ਸਾਰਾ ਸ਼ਬਦ ਇਸ ਰੈਫਰੈਂਸ ਜਦੋਂ ਅਸੀਂ ਪੜਾਂਗੇ ਤੇ ਸਾਧ ਛੱਡ ਕੇ ਝੂਠੇ ਲਾਗਿਓ ਜਨਮ ਕਾਰਤ ਖੋਇਓ, ਮੈਂ ਖੋਇਆ ਕਿ ਤੂੰ ਖੋਇਆ, not much difference, ਮੇਰੇ ਮਨ ਨੇ ਖੋਇਆ, ਰਾਈਟ। ਪਰ ਕਿਉਂਕਿ ਇੱਕ ਐਡਰੈਸਿਵ ਮਨ ਨੂੰ ਹੈ ਵੀ ਤੂੰ ਕੀ ਕੀਤਾ, ਤੂੰ ਸਾਰਾ ਜਨਮ ਹੀ ਗਵਾਤਾ। ਸੋ ਇਟ ਗੋਜ਼ ਔਨ ਐਂਡ ਔਨ, ਕਿਉਂਕਿ ਰਹਾਉ ਦੇ ਵਿੱਚ ਉਹ ਆ ਗਿਆ। ਹਾਂ, ਕਰ ਪਰਪੰਚ ਉਦਰ ਪਸ਼ੂ ਕੀ ਨਿਆਈ ਸੋਇਓ, ਰਾਮ ਭਜਨ ਕੀ ਗਤ ਨਹੀਂ ਜਾਨੀ, ਮਾਇਆ ਹੱਥ ਬਿਕਾਨਾ, ਉਰਜ ਰਹੇ ਹੋ ਬਿਖਿਆਨ ਸੰਗ ਬੌਰਾ, ਨਾਮ ਰਤਨ ਬਿਸਰਾਨਾ। ਠੀਕ ਹੈ, ਅਦਰਨੈਸ ਦੇ ਵਿੱਚ ਗੁਆਚਿਆ ਰਿਹਾ। ਰਹਿਓ ਅਚੇਤ ਨਾ ਚੇਤਿਓ ਗੋਬਿੰਦ, ਮੈਂ ਅਚੇਤ ਰਿਹਾ ਕਿ ਮਨ ਰੇ ਤੂੰ ਅਚੇਤ ਰਿਹਾ ਤੇ ਤੂੰ ਰੱਬ ਜੀ ਨੂੰ ਨਹੀਂ ਭਜਿਆ, ਹੈ ਨਾ। ਸਾਰਾ ਰੈਫਰੈਂਸ ਉਹੀ ਚੱਲ ਰਿਹਾ ਟੂ ਦ ਕੰਟੈਕਸਟ। ਫਿਰ ਬਿਰਥਾ ਔਦ ਸਿਰਾਨੀ, ਤੇਰੀ ਸਾਰੀ ਉਮਰ ਜਿਹੜੀ ਉਹ ਬੇਕਾਰ ਚਲੀ ਗਈ। ਹੁਣ ਇੱਥੇ ਜਿਹੜੀ ਗੱਲ ਆਉਂਦੀ ਪਈ ਹੈ ਵੀ ਕਹੋ ਨਾਨਕ ਹਰ ਬਿਰਦ ਪਛਾਣ। ਹੁਣ ਕਿਉਂਕਿ ਇਹ ਮੁਖਾਤਬ ਜੇ ਤੇ ਹੋਵੇ ਕਿ ਮੈਂ ਕੀਤਾ ਨਾ, ਜੇ ਮੈਂ ਇਹਨੂੰ ਇਸ ਤਰ੍ਹਾਂ ਅਰਥਾਵਾਂ ਵੀ ਮੈਂ ਏਦਾਂ ਕੀਤਾ ਮੇਰੀ ਸਾਰੀ ਉਮਰ ਚਲੀ ਗਈ ਹੈ, ਤੇ ਫਿਰ ਇਹ ਬਿਲਕੁਲ ਸੂਟੇਬਲ ਹੈ ਕਿ ਇਹ ਪਾਤਸ਼ਾਹ ਜੀ ਤੁਸੀਂ ਆਪਣਾ ਬਿਰਦ ਪਛਾਣੋ ਤੇ ਅਸੀਂ ਤੇ ਲੋਕ ਭੁੱਲੇ ਬੈਠੇ ਹਾਂ। ਪਰ ਕਿਉਂਕਿ ਇਹ ਮਨ ਨੂੰ ਮੁਖਾਤਬ ਹੈ, ਇਹ ਮਨਾ ਤੂੰ ਕੀਤਾ ਕੀ ਹੈ, ਤੂੰ ਸਾਰੀ ਉਮਰ ਏਦਾਂ ਬਿਤਾ ਦਿੱਤੀ ਹੈ। ਤੇ ਹੁਣ ਪਾਤਸ਼ਾਹ ਜੀ ਕਹਿੰਦੇ ਨੇ ਕਿ ਰੱਬ ਦਾ ਬਿਰਦ ਪਛਾਣ ਮੀਨਸ ਰੱਬ ਦੀ ਸਿਚੁਏਸ਼ਨ ਨੂੰ। ਤੈਨੂੰ ਪਤਾ ਰੱਬ ਕੀ ਕਰ ਸਕਦਾ? ਜੇ ਤੂੰ ਅਚੇਤ ਵੀ ਹੈ, ਸੁਚੇਤ ਨਹੀਂ ਵੀ ਹੋਇਆ, ਤੇ ਵੀ ਭਾਵੇਂ ਤੇਰੀ ਸਾਰੀ ਉਮਰ ਗੁਆਚ ਗਈ ਹੈ, ਤਾਂ ਵੀ ਤੇਰੇ ਜਦੋਂ ਜੇ ਤੂੰ ਰੱਬ ਜੀ ਦੇ ਕਰਮ ਨੂੰ ਸਮਝ ਜਾਏ, ਰੱਬ ਜੀ ਦੀ ਬਖਸ਼ਿਸ਼ ਨੂੰ ਸਮਝ ਆਏ, ਰੱਬ ਜੀ ਦੇ ਕਿਰਦਾਰ ਨੂੰ ਸਮਝ ਆਏ, ਤੇ ਬੰਦੇ ਤੇ ਭੁੱਲੇ ਹੀ ਰਹਿੰਦੇ ਨੇ। ਜੇ ਤੈਨੂੰ ਸਮਝ ਆ ਜਾਏ, ਮਤਲਬ ਕਿ ਕੀ ਕਰ, ਅਜੂ ਕਛ ਬਿਗੜਿਓ ਨਹੀਂ, ਜੋ ਪ੍ਰਭ ਗੁਣ ਗਾਵੇ, ਤੂੰ ਉਹ ਕਰ ਲੈ। See, so both ways we can implicate it, ਪਰ ਸਾਡੀ ਚੋਇਸ ਆਪਣੀ ਹੈ ਕਿ ਅਸੀਂ ਮੈਂ ਕੀਤਾ ਕਿ ਮੇਰਾ ਮਨਾ ਤੂੰ ਕੀਤਾ ਹੈ, ਹੈਂਸ ਮੈਂ ਕੀਤਾ। See, little trick is, ਠੀਕ ਹੈ।
मेक सेंस? चलो नेक्स्ट। हुण किहड़े सेंस दे विच आ रहा? जो नर दुख मैं दुख नहीं माना। हुण एक स्टेटमेंट है, सुख सने अर भै नहीं जाके कंचन माटी मन है। सारियां दे लिए स्टेटमेंट राइट, पर हुण मैं इनू अपने आप ते ढालना। जे ਜਿਹੜੇ नर दुख च दुख नहीं मनदे ते सुख स्नेह ते ਉਹ माया दे इस जंजाल तो भरे ਰਹਿੰਦੇ ने, कंचन माटी मन है। ਉਹਨਾਂ ਨਾਲ ਕੀ ਹੁੰਦਾ ਫਿਰ? यू नो, जो नर दुख में दुख नहीं माना है, सुख स्नेह अर भै नहीं जाके कंचन माटी मन। फिर ਜਿਹੜੇ ਦੁੱਖ ਚ ਦੁੱਖ ਨਹੀਂ, ਇੱਕ ਕਿਹੜੇ ਲੋਕਾਂ ਦੀ ਗੱਲ ਹੋ ਰਹੀ ਹੈ? ਉਹ ਲੋਕ ਜਿਹੜੇ ਵਨਨੈਸ ਦੇ ਵਿੱਚ ਬੈਠੇ ਨੇ। ਇੱਥੇ ਲਾਨਤ ਨਹੀਂ ਹੈ ਕੋਈ। ਲਾਨਤ ਮੀਨਸ, ਲਾਨਤ ਇਜ਼ ਅ ਲਿਟਲ ਹਾਰਸ਼ वर्ड। जिस तरह मन रे कौन को मत तैलीनी, मन रे कहां पे होता है बोरा, यू नो, मतलब जोल्टिंग नहीं है, मन नू नसीहत नहीं है। इत्थे एक डिफरेंट आस्पेक्ट तो गुरु साहब समझा रहे हैं। कोई सुख स्नेह अर भै नहीं जाके कंचन माटी मन है। हुण ओहो जिहा बंदा जिहड़ा है ਉਹ सोने नू मिट्टी करके मनदा है, भाव माया च गलतान नहीं है। सुख स्नेह सुखां दे नाल ओहदा मोह नहीं है, भई मैनू सुख ही चाहिदा, दुख ना आवे। ਉਹ मैं पिछे जे भी जिक्र कर रहा सीगा, ਸਾਰੇ ਪਾਸੇ ਸੁੱਖ ਹੋਵੇ, ਕਿਸੇ ਨੂੰ ਨਾ ਦੁੱਖ ਹੋਵੇ। ਮੈਂ ਸੁਣੀ ਸੀ ਇਸਤਰੀ ਸਤਸੰਗ, ਇਹੋ ਜਿਹੀ ਖੁਸ਼ੀਆਂ ਲਿਆਈ ਬਾਬਾ ਨਾਨਕਾ। ਇਹੋ ਜਿਹਾ ਇੱਕ ਨਾ ਲੇਡੀ ਸੰਗੀਤ ਦਾ ਹੈਗਾ, ਲੇਡੀਜ਼ ਕੀਰਤਨੀ ਜਥਿਆਂ ਦਾ। ਸੋ ਜਿਹਦੇ ਹਿਰਦੇ ਦੇ ਵਿੱਚ ਸੁੱਖਾਂ ਦੇ ਨਾਲ ਮੋਹ ਨਾ ਹੋਵੇ, ਮਤਲਬ who is not inclined with ਸੁੱਖ, ਜਿੱਦਾਂ ਇਨਕੁਇਜ਼ਿਟਿਵਨੈਸ ਹੁੰਦੀ, ਹਾਏ ਮੈਨੂੰ ਸੁੱਖ ਮਿਲੇ, ਦੁੱਖ ਨਾ ਆਵੇ। ਸੋ ਅਰ ਭੈ ਨਹੀਂ ਜਾ ਕੇ, ਤੇ ਦੁਨਿਆਵੀ ਕਿਸੇ ਡਰ ਤੋਂ ਉਹ ਡਰਦਾ ਨਹੀਂ ਹੈ। ਹਾਏ ਕਿਧਰੇ ਏਦਾਂ ਨਾ ਹੋ ਜਾਏ, ਹਾਏ ਮੈਨੂੰ ਏਦਾਂ ਨਾ ਹੋ ਜਾਏ। ਸਹਿਸਾ, ਜਿਹਨੂੰ ਆਨੰਦ ਸਾਹਿਬ ਅਸੀਂ ਪੜ੍ਹਿਆ ਸੀ ਨਾ, ਸਹਿਜੇ ਸਹਿਸਾ ਨਾ ਜਾਏ, ਨਾ ਜਾਏ ਸਹਿਸਾ, ਕਿਤੇ ਸੰਜਮ ਰਹੇ ਕਰਮ ਕਮਾਏ। ਸਹਿਸੇ ਜਿਉ ਮਲੀਨ ਹੈ। ਇਹ ਡਰ ਜਿਹੜਾ ਇੰਨਾ ਕੁਝ ਭੈੜਾ ਕਰ ਦਿੰਦਾ ਸਾਨੂੰ। ਸੋ ਇਸ ਕਰਕੇ ਸੁਖ ਸਨੇਹ ਭੈ ਕੰਚਨ ਮਾਟੀ ਮਨ ਹੈ। ਹੁਣ ਇਹੋ ਜਿਹੇ ਬੰਦੇ ਜਿਹੜੇ ਵਨਨੈਸ ਚ ਬੈਠੇ ਨੇ, ਉਹਨੂੰ ਨਾ ਨਿੰਦਿਆ, ਉਹ ਨਾ ਤੇ ਕਿਸੇ ਦੀ ਨਿੰਦਾ ਕਰਦੇ ਨੇ। ਹੁਣ ਇਹਦੇ ਚ ਇੱਕ ਕਾਈਂਡ ਆਫ ਰੋਲ ਮਾਡਲ ਜਿਹਾ ਕਿ ਮੈਂ ਕਿਹੋ ਜਿਹਾ ਬੰਦਾ ਬਣਾਂਗਾ। ਜੇ ਮੈਂ ਫੈਥਮ ਕਰਾਂ, ਇਮੈਜਿਨ ਕਰਾਂ ਕਿ ਮੈਂ ਜੇ ਰੱਬ ਦੇ ਰਾਹ ਤੇ ਤੁਰਾਂ, ਤੇ ਮੇਰੀ ਕਿਹੋ ਜਿਹੀ ਡਿਸਪੋਜੀਸ਼ਨ ਹੋਏਗੀ, ਮੇਰੀ ਥਾਟ ਪ੍ਰੋਸੈਸ ਕੀ ਹੋਣਾ ਚਾਹੀਦਾ। ਦੁੱਖ ਚ ਦੁੱਖ ਨਹੀਂ ਮੰਨਦਾ, ਸੁਖ ਸਨੇਹ ਭੈ ਨਹੀਂ ਜਾ ਕੇ ਕੰਚ, ਨਾ ਨਿੰਦਿਆ ਨਾ ਉਸਤਤ ਜਾ ਕੇ ਲੋਭ ਮੋਹ ਬਹਾਨਾ, ਇਹ ਸਾਰੀਆਂ ਚੀਜ਼ਾਂ ਤੋਂ ਨਿਰਲੇਪ ਹੈ। ਇੱਕ ਲਫ਼ਜ਼ ਬਾਣੀ ਚਾਹੁੰਦਾ ਨਾ, ਜਿਹੜਾ ਨਿਰਲੇਪ ਰਵੇ। ब्रह्म ज्ञानी सदा निर्लेप, जैसे जल में कमल लेप, वो वाला। हरख सोग ना खुशी है ना गमी है, ते रह न्यारो, he is different, he stays away, he is aloof, ना है मान अपमान, ना मेरी कोई इज्जत है ना मेरी बेइज्जती है। जे मैं ਇਹੋ ਜਿਹੇ ਡੋਮੇਨ ਚ ਹੋਵਾਂ ਤੇ ਮੇਰੀ ਸਟੇਟ ਆਫ ਮਾਈਂਡ ਇਹ ਹੋਏਗੀ। ਮੇਰੀ ਮਤਲਬ ਮੈਂ ਇਮੈਜਿਨ ਕਰ ਰਿਹਾ, ਗੱਲ ਹੋ ਰਹੀ ਹੈ ਜੋ ਨਰ ਦੀ, ਜਿਹੜਾ ਬੰਦਾ, ਸਾਰੀ ਗੱਲ ਉਹਦੀ ਹੈ ਨਾ। ਉਹਦੇ ਕਾਈਂਡ ਆਫ ਪਿਕੂਲੈਰਿਟੀਜ਼ ਕੀ ਹੋਣਗੀਆਂ, ਉਹਦੀ ਸਟੇਟ ਆਫ ਮਾਈਂਡ ਕੀ ਹੋਏਗੀ। ਫਿਰ ਆਸਾ ਮਨਸਾ ਸਗਲ ਤਿਆਗ ਹੈ। ਮੈਂ ਦੇਖਦਾ ਵੀ ਨਿੱਕੇ ਨਿੱਕੇ 6-6 ਲਾਈਨਾਂ ਦੇ ਸ਼ਬਦ, ਪਰ ਗੁਰੂ ਸਾਹਿਬ ਨੇ ਐਨ ਆਪਣੇ ਟੌਪਿਕ ਤੋਂ ਮਾੜਾ ਜਿਹਾ ਵੀ ਜਿਹੜਾ ਸਬਜੈਕਟ ਹੈ ਉਹ ਤੋਂ ਐ ਮਾੜਾ ਜਿਹਾ ਵੀ ਨਹੀਂ ਹਿੱਲਣਾ, ਐ ਨੇਲ ਕਰੀ ਜਾਣਾ ਉਸ ਨੂੰ ਸਾਰੀ ਡਿਟੇਲ। ਆਸਾ ਮਨਸਾ ਸਗਲ ਤਿਆਗ ਹੈ, ਸਾਰਾ ਕੁਝ ਤਿਆਗ ਦੇਵੇ।
I mean, he lets go. That's his not cup of tea, Asa Mansa. ਜਗਤੇ ਰਹਿ ਨਿਰਾਸਾ। ਹੁਣ ਜਗ ਦੇ ਵਿੱਚ ਕੀ ਹੈ? ਡਿਜ਼ਾਇਰਸ। ਉਹ ਤੋਂ ਨਿਰਾਸ਼। ਨਿਰਾਸ਼ ਮੀਨਸ ਗਿਵ ਅਪ ਕੀਤਾ ਹੋਇਆ, ਮੈਂ ਗੁੱਸੇ ਆ ਤੇਰੇ ਨਾਲ। ਸੋ ਜਿੰਨੀਆਂ ਵੀ ਗਲੈਮਰਸ ਨੇ ਜਗ ਦੀਆਂ, ਉਹ ਤੋਂ ਮੈਂ ਨਿਰਾਸ਼। ਤੇ ਕਾਮ ਕ੍ਰੋਧ ਜੈ ਪਰਸੈ ਨਾਹਿਨ, ਤਹਿ ਘਟ ਬ੍ਰਹਮ ਨਿਵਾਸਾ। ਇਹ ਹੁਣ ਇੱਕ ਗੱਲ ਕੀਤੀ ਹੈ। ਫੇਰ ਪਹਿਲੇ ਤੇ ਸਾਰੇ ਇਹ ਨਾ ਹੋਏ, ਇਹ ਨਾ ਹੋਵੇ, ਇਹ ਨਾ ਹੋਵੇ। ਕਾਮ ਕ੍ਰੋਧ ਜੈ ਪਰਸੈ ਨਾਹਿਨ, ਜਿਹਨੂੰ ਗੁੱਸਾ ਤੇ ਡਿਜ਼ਾਇਰਸ ਨਹੀਂ ਆਉਂਦੀਆਂ, ਉਹਦੇ ਨੇੜੇ ਨਹੀਂ ਆਉਂਦੀਆਂ, ਤਹਿ ਘਟ ਬ੍ਰਹਮ ਨਿਵਾਸਾ। ਹੁਣ ਇਹ ਗੱਲ ਇੱਥੇ ਹੀ ਨਹੀਂ ਹੈ, ਉਹਦੇ ਅੰਦਰ ਬ੍ਰਹਮ ਦਾ ਨਿਵਾਸ ਭਾਵ ਉਹ ਰੱਬ ਦੇ ਡੋਮੇਨ ਦੇ ਵਿੱਚ ਹੈ। ਇਹ ਉੱਪਰ ਵੀ ਹੈ, ਜਿੱਥੇ ਕਹਿੰਦੇ ਨੇ ਹਰਕ ਸੋਗ ਤੇ ਰਹੇ ਨਿਆਰੋ, ਨਾ ਹੈ ਮਾਨ ਅਪਮਾਨਾ, ਉਹ ਵਾਲਾ ਵੀ। ਨਾ ਨਿੰਦਿਆ ਨਾ ਉਸਤਤ ਜਾਂ ਕੇ, ਉੱਥੇ ਵੀ ਕਨਕਲੂਡ ਕੁਛ ਨਹੀਂ ਕੀਤਾ ਹੋਇਆ। ਐਂਡ ਰਿਮੈਂਬਰ ਵੀ ਟਾਕਡ ਕਿ ਰਹਾਓ ਦੇ ਵਿੱਚ ਸਬਜੈਕਟ ਹੈ, ਬਾਕੀ ਸਾਰੀਆਂ ਸੱਜੇ ਖੱਬੇ, ਤੇ ਅਖੀਰ ਤੇ ਫੇਰ ਕਨਕਲੂਜਨ ਹੈ। ਆਸਾ ਮਨ ਕਾਮ ਕ੍ਰੋਧ ਪਰਸੈ ਨਾਹਿਨ, ਤਹਿ ਘਟ ਬ੍ਰਹਮ ਨਿਵਾਸਾ। ਗੁਰ ਕਿਰਪਾ ਜਹ ਨਰ ਕੋ ਕੀਨੀ। ਹੁਣ ਮੈਂ ਕਿੱਦਾਂ ਕਰਾਂ? ਸਵਾਲ ਹੈ ਨਾ। ਹੁਣ ਮੈਂ ਪੜ੍ਹਦਾ ਪਿਆ ਇਹਨੂੰ, ਜੋ ਨਰ ਦੁੱਖ ਮੈਂ ਦੁੱਖ ਨਾ ਜੀ ਸੱਚੇ ਪਾਤਸ਼ਾਹ, ਤੇ ਗੱਲ ਠੀਕ ਹੈਗੀ ਹੈ। ਸੁਖ ਸਨੇਰ ਭੈ ਨਹੀਂ ਜਾ ਕੇ ਕੰਚਨ, ਇਹ ਵੀ ਗੱਲ ਠੀਕ ਹੈ ਜੀ। ਮੈਂ ਕਰ ਸਕਦਾ ਇਸ ਤਰ੍ਹਾਂ, ਨਾ ਨਿੰਦਿਆ ਨਾ ਉਸਤਤ ਜਾ ਕੇ। ਦੇਖ ਬਈ ਪੁੱਤਰ, ਤੂੰ ਕਰ ਤੇ ਸਕਦਾ, ਪਰ ਦੇਖ ਲੈ ਇਹ ਤੇਰੀ, ਤੂੰ ਨਿੰਦਾ ਤੋਂ ਬਾਜ ਆ ਸਕਦਾ, ਤੂੰ ਤਾਰੀਫ ਤੋਂ ਬਾਜ ਆ ਸਕਦਾ। ਯੂ ਨੋ, ਨਿੱਕੀ 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 ਗੱਲ। ਹੁਣ ਅਸੀਂ ਇਸ ਗਰੁੱਪ ਚ ਨਿੰਦਾ ਤਾਂ ਨਹੀਂ ਕਰਦੇ, ਪਰ ਅਸੀਂ ਤਾਰੀਫ ਕਿੰਨੀ ਕਰਦੇ ਹਾਂ। ਲੈਟਸ ਟਾਕ ਆਫ ਆਵਰਸੈਲਵਸ। ਜਦੋਂ ਅਸੀਂ ਉਹ ਸਾਰੇ ਜਣੇ ਬੋਲਦੇ, ਵੈਸੇ ਤੇ ਸਾਰੇ ਜਣਿਆਂ ਨੇ ਸਾਰੀ ਗੱਲ ਕਰ ਹੀ ਦਿੱਤੀ, ਇੱਥੋਂ ਸ਼ੁਰੂ ਕਰਾਂਗੇ। ਉਹ ਮੈਂ ਕੀ ਲੈਣਾ ਸਾਰਿਆਂ ਤੋਂ? ਯੂ ਨੋ, ਨਾ ਨਿੰਦਾ ਨਾ ਉਸ ਤੋਂ ਜਾ ਕੇ ਲੋਭ ਮੋਹ ਮਾਨਾ, ਸੌਰੀ, ਕਾਮ ਕ੍ਰੋਧ ਜੈ ਪਰਸੈ ਨਾਹਿਨ, ਨਹੀਂ, ਨਾ ਨਿੰਦਿਆ ਨਾ ਉਸ ਤੋਂ ਜਾ ਕੇ ਨਾ ਲੋਭ ਮੋਹ ਮਾਨਾ, ਹਰਕ ਸੋਗ ਤੇ ਰਹੇ ਨਿਆਰੋ, ਨਾ ਹੈ ਮਾਨ ਅਪਮਾਨ। ਸੋ ਦੇਖ ਭਾਈ, ਤੈਨੂੰ ਗੁੱਸਾ ਵੀ ਨਹੀਂ ਆਉਣਾ ਚਾਹੀਦਾ, ਤੈਨੂੰ ਖੁਸ਼ੀ ਵੀ ਨਹੀਂ ਹੋਣੀ ਚਾਹੀਦੀ, ਤੈਨੂੰ ਗਮੀ ਵੀ ਨਹੀਂ ਹੋਣੀ ਚਾਹੀਦੀ, ਤੈਨੂੰ ਮਾਨ ਅਪਮਾਨ ਵੀ ਨਹੀਂ ਹੋਣਾ ਚਾਹੀਦਾ। ਜੋ ਨਰ, ਜੇ ਮੈਂ ਆਪਣੇ ਆਪ ਤੇ ਇੰਪਲਾਈ ਕਰ ਰਿਹਾ। ਅੱਛਾ ਪਾਤਸ਼ਾਹ ਜੀ, ਇਹ ਵੀ ਹੋ ਸਕਦਾ। ਅੱਛਾ, ਜੇ ਮੈਂ ਇਹ ਵੀ ਕਰ ਲਵਾਂ ਤੇ ਫੇਰ ਕੀ ਕਰਾਂ? ਮੈਂ ਚਲੋ ਇਨ ਬਿਨ ਤੁਹਾਨੂੰ ਜੋ ਗੁਰ ਕਹੇ ਸੋ ਕਾਰ ਕਮਾਏ ਕਰਨਾ ਚਾਹਨਾ, ਆਈ ਵਾਂਟ ਟੂ ਬੀ ਇਨ ਯੋਰ ਡੋਮੇਨ, ਤੇ ਮੈਂ ਕੀ ਕਰਾਂ ਹੋਰ? ਫਿਰ ਕਹਿੰਦੇ ਆਸਾ ਮਨਸਾ ਸਗਲ ਤਿਆਗ ਹੈ। ਇਹ ਸਾਰੇ ਪ੍ਰੀਰੈਕਸ ਕਹਿ ਲਓ ਟੂ ਬਿਕਮ ਇਨ ਦ ਡੋਮੇਨ ਆਫ, ਤੇ ਤੂੰ ਉੱਥੇ ਜਾਣਾ ਹੈ, ਜਾਂ ਇਹ ਤੇਰੀਆਂ ਕੁਆਲਿਟੀਜ਼ ਹੋਣੀਆਂ ਚਾਹੀਦੀਆਂ, ਤੇਰੀ ਪਰਸਨੈਲਿਟੀ। ਫਿਰ ਆਸਾ ਮਨਸਾ ਸਗਲ, ਜਗ ਤੇ ਰਹੇ ਨਿਰਾਸ਼ਾ, ਸੰਸਾਰ ਤੋਂ ਹੀ ਨਿਰਾਸ਼। ਕਾਮ ਕ੍ਰੋਧ ਜੈ ਪਰਸੈ ਨਾਹਿਨ, ਤਹਿ ਘਟ ਬ੍ਰਹਮ ਨਿਵਾਸਾ। ਤਾਂ ਬ੍ਰਹਮ ਦਾ ਮਾਨੋ ਜਿਹਨੂੰ ਕਾਮ ਕ੍ਰੋਧ ਨਹੀਂ ਆਇਆ, ਤੇ ਇਹ ਸਾਰੀਆਂ ਉੱਪਰਲੀਆਂ ਜਿਹੜੀਆਂ ਕੁਆਲਿਟੀਜ਼ ਕਹਿ ਲਓ ਜਾਂ ਪਿਕੂਲੈਰਿਟੀਜ਼ ਹੈਗੀਆਂ ਨੇ, ਉਹਦੇ ਅੰਦਰ ਰੱਬ ਦਾ ਨਿਵਾਸ ਹੈ। ਫਿਰ ਗੁਰ ਕਿਰਪਾ, ਹੁਣ ਕਨਕਲੂਜਨ ਤੇ ਹੋ ਗਈ ਨਾ ਸਾਰੀਆਂ ਸਟੇਟਮੈਂਟਸ ਐਂਡ ਹਾਂ ਵੀ ਇਹ ਵੀ ਦੇਖ ਲੈ, ਇਹ ਵੀ ਦੇਖ ਲੈ, ਇਹ ਵੀ ਦੇਖ। ਗੁਰ ਕਿਰਪਾ ਜੇ ਨਰ ਕੋ ਕੀਨੀ, ਜਿਸ ਰੱਬ ਨੂੰ, ਜਿਸ ਬੰਦੇ ਨੇ, ਬੰਦੇ ਤੇ ਗੁਰੂ ਨੇ ਕਿਰਪਾ ਕਰ ਦਿੱਤੀ। ਗੁਰ ਕਿਰਪਾ ਜੇ ਨਰ ਕੋ ਕੀਨੀ, ਗੁਰੂ ਨੇ ਆਪਣੀ ਬਖਸ਼ਿਸ਼ ਜਿਸ ਬੰਦੇ ਤੇ ਕਰ ਦਿੱਤੀ, ਉਹਨੂੰ ਇਹ ਨਹੀਂ ਮਿਲ ਜਾਣਾ, ਗੁਰੂ ਨੇ ਝੁਰਲੂ ਨਹੀਂ ਫੇਰਿਆ ਕੁਛ, ਉਹਨੂੰ ਇਹ ਜੁਗਤ ਸਮਝ ਆ ਗਈ, ਉਹਨੂੰ ਇਹ ਟੈਕਟਿਕ ਸਮਝ ਆ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ ਹੈ, ਸੁਖ ਸਨੇਹ ਪਿਆ ਨਹੀਂ ਜਾ ਕੰਚਨ ਮਾਟੀ ਮਾਨਾ ਹੈ। ਕਹਿੰਦੇ ਜਿਸ ਬੰਦੇ ਤੇ ਬਖਸ਼ਿਸ਼ ਹੋ ਗਈ, ਉਹ ਨਾਨਕ ਲੀਨ ਭਇਓ ਗੋਬਿੰਦ ਸਿਓ, ਜੋ ਪਾਣੀ ਸੰਤਾ। ਉਹ ਫਿਰ ਜੈਸੇ ਜਲ ਤੇ ਬੁਦਬੁਦਾ, ਉਪਜੇ ਛਿਨਮੈ ਨੀਤ। ਫਿਰ ਉਹ ਪਾਣੀ ਦੇ ਨਾਲ ਪਾਣੀ ਮਿਕਸ ਹੋ ਜਾਏ, ਉਹ ਸੈਪਰੇਟ ਨਹੀਂ ਹੋ ਸਕਦਾ। ਇਹਦਾ ਮਤਲਬ
एक इत्थे बड़ा वधिया सवाल है कि जे मैं ਇਹ ਸਾਰੀਆਂ ਕੁਆਲਿਟੀਜ਼ ਹੋਣ ਮੇਰੇ ਕੋਲ ਤੇ ਮੈਂ ਵਨਨੈਸ 'ਚ ਚਲਾ ਜਾਵਾਂ ਤੇ ਫਿਰ ਮੈਂ ਉੱਥੋਂ ਬਾਹਰ ਆ ਸਕਦਾ, ਆਵਾਂਗਾ? ਇਸ ਹਿਸਾਬ ਨਾਲ ਨਹੀਂ ਆਵਾਂਗਾ, ਫਿਰ ਮੈਂ ਇਨਸੈਪਰੇਬਲ ਹੋ ਗਿਆ। ਹੁਣ ਕਿਹੜੀ ਗੱਲ ਹੈ ਜਿਹੜੀ ਮੈਨੂੰ ਵਨਨੈਸ ਤੋਂ ਆਈਨੈਸ ਤੇ ਉਹਦੇ 'ਚ ਟ੍ਰਾਂਜ਼ਿਟ ਕਰ ਦਿੰਦੀ ਹੈ? ਕਿਉਂਕਿ ਮੈਂ ਹਾਲੇ ਉਹਨੂੰ ਕੰਪਲੀਟਲੀ ਫੋਲੋ ਨਹੀਂ ਕੀਤਾ ਹੁੰਦਾ, ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਂ ਕੰਪਲੀਟਲੀ ਇੰਬਾਈਬ ਨਹੀਂ ਕੀਤਾ ਹੁੰਦਾ, ਇਨਕਲਕੇਟ नहीं किया ना क्वालिटीज। क्या बात है? एनीवन? आदा नेक्स्ट प्रीतम जान लियो मनमाही। हुण फिर आ गई गल एड्रेसिव प्रीतम। हुण जे इहनूं पढ़ लीए प्रीतम जान ते इहनूं पढ़ना प्रीतम ओ मेरे प्यारिया। हुण मन रे नहीं क्या, भाई रे नहीं क्या, जान लियो मनमाही। अपने मन दे विच इहनूं दृढ़ कर लै। इत्थे मन नूं ही नहीं किया की दृढ़ कर लै। हुण सारी मेरी जिस तरह ना एनालिसिस मेरा टोटल डाइसैक्शन मेरियां थॉट्स दा मेरे रिसेप्टर्स दा ऐन चीर फाड़ है। अपने सुख स्यों ही जग फांदियो को काहू को नहीं। हुण यह गल असीं किन्नी वारी कर चुके हैं कि सारा संसार अपने सुख दे मगर लगा है, कोई किसी दा नहीं। ये पढ़न नूं ते बड़ी वधिया गल है, विचार करन नूं भी बड़ी वधिया है। हा ऐदां भी कर सकते हैं असीं सुन के भी, पर मैं इंप्लीमेंट कर सकदा, अंडरस्टैंड करदा इनू। को काहू को नहीं मीन्स कोई मेरा नहीं है, तो फिर मैं मेरा परिवार ये सारा मेरी दुनियादारी मेरे लैन देन ये सारे कई ने मेरे सज्जन मित्र बैक एंड फोर्थ जावांगे। अपने सुख स्यों ही जग फन एंड नॉट ओनली दैट सारा संसार अपने सुखां दे लई है। ਇਹ ਕਿਦਾਂ ਹੋ ਸਕਦਾ ਹੈ? ਫੰਦਿਓ ਮੀਨਸ ਬੱਜਾ ਹੋਇਆ। ਵੀ ਆਰ ਸਾਡੀ ਜਿਹੜੀ ਟੁਗੇਦਰਨੈਸ ਹੈ or we are tied up with the relations in the relations ਉਹ ਸਾਰਾ ਐਬ ਹੈ। ਹੁਣ ਇੱਥੇ ਇਹ ਰਹਾ ਹੋਇਆ ਜੇ ਅਸੀਂ ਇਹਨੂੰ ਸਾਰੀ ਉਮਰ ਬਾਕੀ ਦੀ ਲਾ ਦਈਏ ਤੇ ਅਸੀਂ ਇਹਨੂੰ ਇਨਕਲਕੇਟ ਸ਼ਾਇਦ ਨਾ ਕਰ ਸਕਦੇ, ਅੰਡਰਸਟੈਂਡ ਕਰ ਸਕਦੇ ਹਾਂ ਪਰ ਅਸੀਂ ਆਪਣੇ ਤੇ ਇੰਪਲਾਈ ਨਹੀਂ ਕਰ ਸਕਾਂ ਕਿਉਂਕਿ ਅਸੀਂ ਮਾਇਆ ਦੇ ਕਿਰਮ ਆ। ਬਟ ਗੁਰੂ ਸਾਹਿਬ ਦੀ ਫਿਲਾਸਫੀ ਹੁਣ ਕਹਿੰਦੇ ਦੇਖ ਪ੍ਰੂਫ ਕਿਦਾਂ, ਕਹਿੰਦੇ ਸੁੱਖ ਮੈਂ ਆਨ ਬਹੁਤ ਮਿਲ ਬੈਠਤ। ਗੁੱਡ ਟਾਈਮਸ तेरे को सारी दुनिया आंदी है, रहत चहूं दिसकेरे सारे पास्यों। हुणे कोविड आया सी, किसी नूं बर्थडे करना है तो बाहर हौंक करके चले जाते सी बई कोविड है असीं ना नेड़े नहीं आना। आई मीन इट्स गुड, मैं गलत पासे ना लेना प्लीज, पर जिहड़े नीयर डीयर्स भी सीगे असीं उन्हां नूं भी मिलना छड्ड दित्ता है। ਭਈ ਜੇ ਅਸੀਂ ਇੱਕੋ ਪੌੜ 'ਚ ਹੈਗੇ ਹਾਂ ਜਿੰਨੇ ਜੀ ਅਸੀਂ ਉਸੇ ਪੌੜ 'ਚ ਹੀ ਰਹਿਣਾ, ਅਸੀਂ ਉਸ ਤੋਂ ਬਾਹਰ ਨਹੀਂ ਜਾਣਾ ਬਿਕੋਜ਼ ਆਫ ਐਨੀ ਥਾਟ। ਸੁੱਖ ਮੈਂ ਆਨ ਬਹੁਤ ਮਿਲ। ਹੁਣ ਇੱਥੇ ਗੱਲ ਕੀ ਅਸੀਂ ਦੁਨਿਆਵੀ ਕਰ ਰਹੇ ਹਾਂ ਕਿ ਅਸੀਂ ਅੰਦਰ ਨੂੰ ਵੀ ਗੱਲ ਕਰ ਸਕਦੇ ਹਾਂ। ਆਪਣੇ ਸੁੱਖ ਸਿਓ ਹੀ ਜਗ ਫਾਂਦਿਓ ਕੋ ਕਾਹੂ ਕੋ ਨਾ। ਜੇ ਮੈਂ ਇਹਨੂੰ ਅੰਦਰਲੇ ਪਾਸੇ ਲੈ ਜਾਵਾਂ, ਜੇ ਮੈਂ ਏਦਾਂ ਸੋਚਾਂ ਮੈਂ ਬਹੁਤ ਵਧੀਆ ਐਟ ਪੀਸ ਹੈਗਾ ਤੇ ਮੇਰੇ ਗਿਆਨ ਇੰਦਰੀ ਕੀ ਕਰ ਰਹੇ ਹੋਣਗੇ ਜੀ ਉਸ ਲਈ? my receptors, my 10 senses,
ਉਹ ਵੀ ਕਾਮ ਡਾਊਨ ਹੋਣਗੇ। ਉਹ ਵੀ ਕਾਮ ਡਾਊਨ ਨੇ। ਹੁਣ ਮੈਨੂੰ ਭੜਥੂ ਪੈ ਗਿਆ, ਮੈਂ ਵਨਨੈਸ 'ਚ ਹੈਗਾ ਹਾਂ ਚੰਗਾ ਭਲਾ, ਪਰ ਉਹ ਮੈਂ ਪਹਿਲੇ ਵਾਲੇ ਸ਼ਬਦ ਵਰਗਾ ਨਹੀਂ ਆ ਨਾ, ਰਾਈਟ। ਤੇ ਮੈਨੂੰ ਕੋਈ ਫੋਨ ਆ ਗਿਆ, ਕੋਈ ਕੁਛ ਹੋ ਗਿਆ, ਤੇ ਕੀ ਹੋਇਆ, ਮੈਂ ਵਨਨੈਸ ਤੋਂ ਈਦਰ ਆਈਨੈਸ ਔਰ ਅਦਰਨੈਸ 'ਚ ਆ ਗਿਆ। ਪੋਸੀਬਲ ਹੈ ਨਾ। ਤੇ ਹੁਣ ਉਹ ਜਿਹੜੀਆਂ ਉਹੀ ਜਿਹੜੇ ਕਹਿੰਦੇ ਸੀ ਆਹ ਬਹੁਤ ਵਧੀਆ, ਬੜਾ ਸਕੂਨ ਹੈ, ਕਿੰਨੀ ਵਧੀਆ, ਇਹ 5 ਮਿੰਟ ਜਿਹੜੇ ਨਾ ਮੇਰੇ ਬਹੁਤ ਵਧੀਆ ਨੇ, ਜਾਂ ਜਿਹੜੇ 10 ਮਿੰਟ ਮੈਂ ਬਿਤਾਏ, ਉਸ ਤੋਂ ਬਾਅਦ ਐਸਾ ਭੜਥੂ ਪਿਆ, ਸਾਰਾ ਦਿਨ ਮੇਰਾ ਬੇਕਾਰ ਚਲਾ ਗਿਆ। ਵਿਪਤ ਪਰੀ ਸਭ ਹੀ ਸੰਗ ਛੱਡ, ਫਿਰ ਉਹੀ ਅੱਖਾਂ, ਉਹੀ ਕੰਨ, ਉਹੀ ਰਸਨਾ, ਉਹ ਸਾਰੀਆਂ ਸੋਚਾਂ। ਮੇਰੇ ਰਿਸ਼ਤੇਦਾਰ ਕੌਣ ਨੇ ਮੇਰੇ ਅੰਦਰ? ਮੇਰੇ ਸਾਰੀਆਂ ਇੰਦਰੇ ਤੇ ਮੇਰੀਆਂ ਸੋਚਾਂ, ਉਹ ਸਾਰਾ ਮੇਰਾ ਸਾਥ ਛੱਡ ਜਾਂਦੇ। ਦੋਵੇਂ ਪਾਸੇ ਦੁਨੀਆ ਦੇ ਵਿੱਚ ਜ਼ਿਆਦਾ ਇੰਪਲੀਕੇਬਲ ਹੈ, ਕਿਉਂਕਿ ਦੁਨੀਆ ਦੇ ਵਿੱਚ ਤੇ ਗੁਰੂ ਸਾਹਿਬ ਗੱਲ ਹੀ ਇਹ ਕਰ ਰਹੇ ਨੇ, ਪ੍ਰੀਤਮ ਜਾਨ ਕੋ ਕਾਹੂ ਕੋ ਨਹੀਂ। ਕਿਉਂਕਿ ਇਹ ਕਿਉਂ ਕਿਹਾ ਜਾ ਰਿਹਾ ਹੈ, ਬੇਸਿਕਲੀ ਇਹਦਾ ਜਿਹੜਾ ਕੌਜ਼ਾ ਪ੍ਰਾਈਮਾ ਕੀ ਹੈ ਗੁਰੂ ਸਾਹਿਬ ਦਾ, ਸਾਰੇ ਬਾਣੀ ਜਿਹੜੇ ਵੀ ਨਵੇਂ ਪਾਤਸ਼ਾਹ ਜੀ, ਉਹਨਾਂ ਨੇ ਦੇਖਿਆ ਕਿ ਇਹ ਜਿਹੜਾ ਮੇਰਾ ਬੱਚਾ ਹੈ, ਅਸੀਂ, ਇਹ ਬਹੁਤ ਮੁਲੱਬਸ ਹੈ ਆਪਣੇ ਰਿਸ਼ਤੇਦਾਰਾਂ 'ਚ, ਆਪਣੇ ਕੁਟੁੰਬ ਸੰਬੰਧੀਆਂ 'ਚ, ਆਪਣੇ ਦੋਸਤਾਂ ਯਾਰਾਂ 'ਚ। ਰੱਬ ਨੂੰ ਛੱਡ ਕੇ ਇਹ ਸਾਰੀ ਦੁਨੀਆ ਦੇ ਵਿੱਚ ਇਹ ਮੁਲੱਬਸ ਹੈ, ਐਬਜ਼ੌਰਬਡ ਹੈ। ਇਸ ਕਰਕੇ ਸਾਰੀਆਂ ਗੱਲਾਂ ਸੁਖਮਿਆਨ ਬਹੁਤ ਮਿਲ ਬੈਸਤ ਰਹਿਤ ਚਹੂੰ ਦਿਸ ਘੇਰੇ, ਵਿਪਤ ਪਰੀ ਸਭ ਹੀ ਸੰਗ ਛੱਡ, ਕੋ ਨਾ ਆਵਤ ਨੇੜੇ। ਫਿਰ ਕੋਈ ਨੇੜੇ ਨਹੀਂ ਆਉਂਦਾ ਜੇ ਕੋਈ ਬਿਪਤਾ ਪੈ ਜਾਏ। ਹੁਣ ਇਹਦੇ 'ਚ ਅਸੀਂ ਸਭ ਤੋਂ ਪਹਿਲੇ ਆਪਣੀ ਦੁਨਿਆਵੀ ਬਾਹਰ ਦਾ ਪੱਖ ਦੇਖੀਏ, ਬਾਹਰ ਦੀ ਦੁਨੀਆ। ਪੈਸੇ ਨਹੀਂ ਹੈਗੇ, ਜੇ ਪੈਸੇ ਹੈਗੇ ਨੇ ਸਾਰੇ ਪਾਰਟੀਆਂ ਕਰਦੇ ਆ, ਪਰ ਜਦੋਂ ਪੈਸੇ ਨਹੀਂ ਹੈਗੇ ਤੇ ਅਸੀਂ ਕਹਿੰਦੇ ਆ ਵੀ ਪਾਰਟੀ ਨਹੀਂ ਹੋ ਸਕਦੀ ਯਾਰ, ਤੇ ਅੱਜ ਤੂੰ ਪੈਸੇ ਮੈਨੂੰ ਦੇ ਦੇ ਯਾਰ, ਮੈਂ ਪਾਰਟੀ ਤੇ ਕਰਨੀ ਆਪਣੇ ਘਰ, ਬਿਕੋਜ਼ ਆਈ ਹੈਵ ਬੀਨ ਡੂਇੰਗ ਇਟ ਫॉर ਸੋ ਲੌਂਗ। ਸੋ ਈਦਰ ਨਹੀਂ ਤੂੰ ਮੇਰੇ ਘਰ ਕਰ ਲਓ, ਨਹੀਂ ਏਦਾਂ ਕਰ। ਆਈ ਮੀਨ ਵੀ ਬੀਨ ਦੇयर ਡਨ दैट, ਲੈਟਸ ਨਾਟ ਗੈਟ ਇਨਟੂ दैट, ਬਟ ਵੀ ਕੈਨ ਇਮੈਜਿਨ ਕਿ what is ਗੁਰਬਾਣੀ is hinting ਕਿ ਭਾਈ ਤੇਰੇ ਨਾਲ ਸੁਖ ਮੇ ਬਹੁ ਸੰਗੀ ਪਏ, ਦੁੱਖ ਮੇ ਸੰਗ ਨਾ ਹੋਏ। ਸੰਗ ਸਖਾ ਸਭ ਤਜ ਗਏ, ਸੰਗ ਸਖਾ ਸਭ ਤਜ ਗਏ, ਕੋ ਉਹਨਾਂ ਨੇ ਵੀ ਉਹ ਸਾਥ, ਕਹੋ ਨਾਨਾ ਕੇ ਬਿਪਤ में ते के करो नाथ। ਨੈਕਸਟ, ਘਰ ਕੀ ਨਾਰ। ਹੁਣ ਇਹ ਬਿਲਕੁਲ ਬਾਹਰ ਦੀ ਗੱਲ ਹੈ ਕਿ ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ रहत संग लागी, जब ही हंस तजिए। Again, because these are the examples in the stanzas. जब ही हंस तजिए काया, पेद पेद कर भागी। फिर मतलब सिंपल है, needing to be explained, right? घर की नार बहुत हित जासियो, घर दी तेरी बीबी जिहदे नाल बड़ा प्यार सी, सदा रात संग लागी। They were together, भई टिकटां दो ले लै, जिथे जाएगा जावांगी नाल तेरे। ते जब ही हंस तजिए काया, प्रेत प्रेत कर भागी। फिर ए बिद को ब्योहार बन्यो है। प्यारिया ओए पुत्रा, ए वर्तारा दुनिया दा बनिया ही होया है। This is the way the world is। ਜਾਂ ਸਿਓ ਨੇ ਉਹ ਲਗਾਏ ਹੋ, ਤੂੰ ਜਿਹਦੇ ਨਾਲ ਵੀ ਪਿਆਰ ਪਾਇਆ ਨਾ, ਹੁਣ ਤੂੰ ਦੇਖ ਲੈ ਕਿ ਤੇਰਾ ਇਹਨਾਂ ਨਾਲ ਪਿਆਰ ਬਣਿਆ ਹੋਇਆ ਹੈ, ਪਰ ਪ੍ਰੀਤਮ ਜਾਣ ਲਿਓ ਮਨਮਾਹੀ ਕਿ ਅੰਤ ਬਾਰ ਨਾਨਕ ਬਿਨ ਹਰ ਜੀ। ਤੂੰ ਪਿਆਰ ਪਾਇਆ ਦੁਨਿਆਵੀ, ਪਰ ਹੁਣ ਅੰਤ ਬਾਰ ਕੀ ਹੈ, ਇਹ ਸਮਝਣ ਦੀ ਗੱਲ ਹੈ ਸਿਰਫ। ਅੰਤ ਬਾਰ ਨਾਨਕ ਬਿਨ ਹਰ ਜੀ ਕੋਈ ਕੰਮ ਨਾ ਆਇਆ, ਕੋਈ ਤੇਰੇ ਕੰਮ ਨਹੀਂ ਆਉਂਦਾ। ਹੁਣ ਇਹ ਉਹੀ ਗੱਲ ਹੈ ਜਿਹੜੀ ਅੰਤ ਕਾਲ ਵਾਲੀ ਗੱਲ ਸੀ, ਖਿਆਲ ਕਰ ਲਈਏ। ਅਸੀਂ ਇਹਨੂੰ ਕਹਿੰਦੇ ਅੰਤ ਬਾਰ ਮੀਨਸ ਮੇਰੇ ਅਖੀਰ ਵੇਲੇ। ਕਿਉਂ ਬਈ?
मतलब यह है कि जिस वेले मेरी दुनियादारी दा अंत हो जाए, it comes to an end, my vartara, my dealing with the दुनियादारी, को काम ना आयो, and then I want to transit into, ਹੁਣ ਤੁਸੀਂ ਦੇਖੋ ਜੇ ਅਸੀਂ it has happened with me and I've seen many more like that, ਜਦੋਂ ਵੀ ਅਸੀਂ ਟਰਨ ਅਰਾਊਂਡ ਕਰਦੇ ਹਾਂ ਨਾ, ਪ੍ਰਵਿਰਤੀ ਕਰਮ ਜਿਹਨੂੰ ਬਾਣੀ ਚ ਕਿਹਾ, ਤੇ ਲੋਕ ਜੀਣ ਹੀ ਨਹੀਂ ਦਿੰਦੇ ਦੋਸਤ ਯਾਰ, ਉਹ ਇਹ ਭਗਤ ਬਣ ਗਏ, ਇਹ ਸੰਤ ਬਣ ਗਿਆ, ਇਹ ਗੁਰਮੁਖ ਹੋ ਗਿਆ, ਔਰ ਅਸੀਂ ਕਿਸੇ ਕਲਟ ਦੇ ਨਾਲ ਬਿਲੋਂਗ ਕਰਦੇ ਹਾਂ ਤੇ ਅਸੀਂ ਕਹਿੰਦੇ ਨੇ ਅਸੀਂ ਛੱਡਿਆ, ਦੇਖੋ ਜੀ ਇਹ ਬੜਾ ਵੱਡਾ ਗਿਆਨੀ ਹੋ ਗਿਆ ਜੀ, ਇਹ ਬੜਾ ਵੱਡਾ ਮਿਸ਼ਨਰੀ ਹੋ ਗਿਆ, ਇਹ ਬੜਾ ਵੱਡਾ ਗੁਰਮੁਖ ਹੋ ਗਿਆ। ਇਹ ਦੁਨੀਆ ਦਾ ਟ੍ਰੈਂਡ ਹੈ, ਪਰ ਅੰਤ ਵਾਰ ਨਾਨਕ ਬਿਨ ਹਰਜੀ। ਉਸ ਵੇਲੇ ਜਦੋਂ ਮੈਂ ਇਹ ਸਾਰੇ ਪਾਸਿਆਂ ਚੋਂ ਫਸਦਾ, ਮੈਨੂੰ ਕੌਣ ਛਡਾਉਂਦਾ? ਜੇ ਮਾਰ ਕੇ ਗਨੇ ਜਾਏ ਨਾ ਕੋਸਾਂ, ਹਰ ਕਾ ਨਾਮ ਹੋਆ ਸੰਤੋष, ਪੈਂਡੇ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਜਿਆ। ਜਹਾਂ ਪੰਥ ਤੇਰਾ ਕੋਣ, ਉਹ ਸਾਨੂੰ ਕਹਿਤਾ ਗਿਆ ਜੀ ਕਿ ਜਿਸ ਤਰ੍ਹਾਂ ਹਿੰਦੂ ਫਿਲਾਸਫੀ ਦੇ ਵਿੱਚ ਮਰਨ ਤੋਂ ਬਾਅਦ ਇਹ ਸਾਰੀ ਅਵਸਥਾ ਹੈ। ਕਿਉਂ? ਜਿੱਥੇ ਮੈਨੂੰ ਜਿੰਦੇ ਜੀ ਕੋਈ ਰਸਤਾ ਨਹੀਂ ਸੁਝਦਾ, ਜੇ ਮੈਂ ਰੱਬ ਜੀ ਕੋਲ ਜਾਵਾਂ ਤੇ ਮੈਨੂੰ ਰਸਤਾ ਦੇਗਾ ਕਿ ਨਹੀਂ? ਉਹਨੇ ਤੇ ਮੈਨੂੰ ਉਸ ਵੇਲੇ ਫੜਨਾ। ਜੇ ਪੈਂਡੇ ਮਹਾ ਅੰਧ ਗੁਬਾਰਾ, ਜਿਸ ਵੇਲੇ ਹਨੇਰ ਹੋਵੇ, ਜਿੱਥੇ ਮੈਨੂੰ ਕੁਝ ਸੁਝਦਾ ਨਾ ਹੋਵੇ, where I find myself at the crossroad and I don't know which way to go, ਉੱਥੇ ਹਰ ਕਾ ਨਾਮ ਸੰਗ। ਜੇ ਮੈਂ ਉਸ ਵੇਲੇ ਰੱਬ ਦੀ ਉਂਗਲੀ ਫੜ ਲਵਾਂ ਔਰ ਮੇਕ ਸ਼ੋਰ ਕਰ ਲਵਾਂ, ਰੀਅਫਰਮ ਕਰ ਲਵਾਂ ਕਿ ਹਾਂ ਯੂ ਦੇਅਰ, ਉਹ ਜਿਹੜੀ ਫੁੱਟਪ੍ਰਿੰਟਸ ਵਾਲੀ, ਕਿ ਤੂੰ ਹੈਗਾ ਕਿ ਨਹੀਂ ਹੈਗਾ। ਤੇ ਜਦੋਂ ਮੈਨੂੰ 2 ਪ੍ਰਿੰਟਸ ਦੇਖਣ ਤੇ ਮੈਨੂੰ ਇਹ ਯਕੀਨ ਹੋਵੇ ਕਿ ਮੈਨੂੰ ਤੂੰ ਚੱਕਿਆ ਹੋਇਆ, ਹਰ ਕਾ ਨਾਮ ਸੰਗ, ਦੁਨੀਆ ਨਹੀਂ ਚੱਕੇਗੀ ਮੈਨੂੰ। ਸੋ ਬਿਊਟੀਫੁਲ। ਥੈਂਕਸ ਟੂ ਅਮਰਜੀਤ ਐਂਡ ਪਰਮਜੀਤ ਜੀ ਕਿ ਇੱਕਦਮ ਅਸੀਂ ਐਟ ਏ ਗਲੈਂਸ ਸਾਰਾ ਕੁਝ ਕਰ ਲਿਆ, ਬਿਕਾਜ਼ ਤੁਸੀਂ ਸੁਜੈਸਟ ਕੀਤਾ, ਹਾਲਾਂਕਿ ਗੁਰੂਰੂਪ ਤੇ ਲੰਘ ਗਿਆ, ਗੁਰੂਰੂਪ ਤੇ ਲੰਘੀ ਜਾਣੇ ਨੇ ਏਦਾਂ ਹੀ, ਪਰ ਸ਼ਾਇਦ ਅਸੀਂ ਇਸ ਤਰ੍ਹਾਂ ਇੰਟਰੋਸਪੈਕਟਿਵ ਵਿਚਾਰ ਨਾ ਕਰ ਪਾਉਂਦੇ ਜੇ ਏਦਾਂ ਹੁੰਦਾ ਤੇ, ਹੈ ਨਾ ਜੀ। Should we do more? Any inputs? ਚਲੋ ਇੱਥੇ ਸੁਰਠ ਰਾਗ ਖਤਮ ਹੋ ਰਿਹਾ, ਸਭ ਤੋਂ ਜ਼ਿਆਦਾ ਸ਼ਬਦ ਨੇ ਵਿੱਚ। ਹਾਂਜੀ, can you explain this last line again? ਇਹ ਬਿਦ ਕੋ ਵਿਵਹਾਰ ਬਣਿਓ ਹੈ, ਜਾਂ ਸਿਓ ਨੇਹ ਲਗਾਏ। ਹਾਂਜੀ, ਉਹ ਤੇ ਕਿਹਦੇ ਨਾਲ ਪਿਆਰ ਪਾਇਆ ਮੈਂ? ਆਪਣਾ ਰਿਸ਼ਤੇਦਾਰ, whatever, your dear ones, ਰੱਬ ਨੂੰ ਛੱਡ ਕੇ ਸਾਰਿਆਂ ਨਾਲ, ਅਦਰਨੈਸ, ਆਈਨੈਸ, ਠੀਕ ਹੈ, ਹੈ ਨਾ। ਹਾਂਜੀ ਅੰਤ ਬਾਰ ਨਾਨਕ ਬਿਨ ਹਰਜੀ, ਠੀਕ ਹੈ, ਰੱਬ ਜੀ ਤੋਂ ਬਗੈਰ। ਹੁਣ ਅੰਤ ਬਾਰ ਕਿਹੜਾ ਹੈ, ਉਹ ਆਪਾਂ ਗੱਲ ਕੀਤੀ ਹੈ ਬਾਣੀ ਚ ਹੋਰ ਥਾਂ ਤੇ। ਬਾਰ ਅੰਤ ਕੀ ਹੋਏ ਸਹਾਏ, ਕਹੋ ਨਾਨਕ ਗੁਣ ਤਾਕੇ ਗਾਏ। ਬਾਹਰ ਅੰਤ ਕੀ, ਅੰਤ ਕੀ ਬਾਰ ਬੜੀ ਵਾਰੀ ਆਇਆ ਵੈਸੇ ਗੁਰਬਾਣੀ ਵਿੱਚ ਨਾ, ਮਤਲਬ ਲਾਸਟ ਜਿਸ ਤਰ੍ਹਾਂ ਤੁਹਾਡੇ ਅਖੀਰਲੇ ਸਵਾਸਾਂ ਟਾਈਮ ਇਜ਼ ਇਟ ਅੰਤ ਬਾਰ। ਜੇ ਮੇਰੇ ਲਾਸਟ ਸਵਾਸ ਹੈਗੇ ਨੇ ਤੇ ਉਹ ਤੇ ਪੂਰੇ ਹੋ ਹੀ ਜਾਣੇ ਨੇ, ਰੱਬ ਨੇ ਕੀ ਕਰਨਾ ਉਹਦੇ ਚ, ਉਹਨੇ ਹੀ ਤੇ ਵਿਧ ਬਣਾਈ ਹੈ ਮੇਰੇ ਲਾਸਟ ਸਵਾਸਾਂ ਦੀ, isn't it? Easy transition, I guess. I don't know. ਹਾਂ, ਨਹੀਂ ਸਮਝਣ ਦੇ ਲਈ ਉਹੀ ਠੀਕ ਹੈ ਕਿ ਮੇਰਾ ਹੁਣ ਅਖੀਰ ਆ ਗਿਆ ਮੇਰਾ, ਤੇ ਮੇਰਾ ਹੋਰ ਕੋਈ ਹੋਵੇ ਜਾਂ ਨਾ ਹੋਵੇ, ਰੱਬ ਤੇ ਹੈਗਾ। That's a good way, but ਅੰਤ ਬਾਰ, ਜੇ ਮੇਰਾ ਹਾਲੇ ਅਖੀਰ ਨਹੀਂ ਆਇਆ ਤੇ ਮੇਰਾ ਅੰਤ ਬਾਰ ਹੋ ਸਕਦਾ ਕਿ ਨਹੀਂ? ਅਗੇਨ, ਮੇਰਾ ਜ਼ਿੰਦਗੀ ਦਾ ਅਖੀਰ ਨਹੀਂ ਆਇਆ, ਪਰ ਮੇਰੇ ਕੰਮਾਂ ਦਾ ਅੰਤ ਬਾਰ ਹੋ ਸਕਦਾ ਨਾ, ਜਿਹੜੇ ਮੇਰੇ ਵਿਖੜੇ ਕੰਮ ਨੇ, ਜਾਂ ਜਿਹੜੇ ਮੇਰੇ ਅਨਰਾਈਟੀਅਸ ਜਿਹੜੇ ਨੇ ਡੀਡਸ ਨੇ,
ਜਾਂ ਅਨਵਰਚੁਅਸ ਔਰ ਅਨਸਪਿਰਿਚੁਅਲ ਆਈਨੈਸ ਅਦਰਨੈਸ ਦੇ ਜਿਹੜੀਆਂ ਡੀਡਸ ਨੇ ਉਹਨਾਂ ਦਾ ਅੰਤ ਹੋ ਸਕਦਾ ਨਾ ਮੇਰਾ। ਠੀਕ ਹੈ, ਹਾਂਜੀ। ਸੋ ਟੂ ਗੈਟ ਆਊਟ ਆਫ ਦੈਟ ਤੁਸੀਂ ਵੀ ਬਲੀਵ ਮਤਲਬ ਇੱਥੇ ਇੱਕ ਹੋਰ ਇੱਕ ਗੱਲ ਆ ਗਈ, ਮੈਂ ਮੰਨ ਲਿਆ ਕਿ ਮੈਂ ਸ਼ਰਾਬੀ ਹਾਂ, ਕਬਾਬੀ ਹਾਂ, ਜਿੰਨੇ ਸਾਰੇ ਔਗਣ ਨੇ ਸਭ ਔਗਣ ਮੈਂ ਗੁਣ ਨਹੀਂ ਕੋਏ, ਮੈਂ ਹੈਗਾ। ਤੇ ਮੈਨੂੰ ਰੱਬ ਦੀ ਬਾਣੀ ਵੱਜੀ, ਗੁਰਬਾਣੀ ਵੱਜੀ ਮੈਨੂੰ, ਤੇ ਮੈਂ ਟਰਨ ਅਰਾਊਂਡ ਹੋ ਗਿਆ। ਹਾਂਜੀ, ਹੁਣ ਇੱਥੇ ਮੇਰਾ ਕਿਸੇ ਹੋਰ ਨੇ ਤੇ ਸਾਥ ਦੇਣਾ ਨਹੀਂ, ਮੈਨੂੰ ਤੇ ਮਜ਼ਾਕ ਕਰਨਗੇ ਲੋਕ। ਆਮੀਨ। ਜੋ ਦੁਨੀਆ ਦਾ ਟ੍ਰੈਂਡ ਹੈ, ਐਕਸੈਪਸ਼ਨਲ ਕੇਸਿਸ ਆਰ ਐਵਰੀਵੇਅਰ, ਜਿਹੜੇ ਪ੍ਰਮੋਟ ਵੀ ਕਰ ਸਕਦੇ ਮੇਰੇ ਸਾਥ। ਹਾਂ ਯਾਰ ਠੀਕ ਹੈ, ਚਲੋ ਬਥੇਰਾ ਗੰਦ ਘੋਲ ਲਿਆ, ਹੁਣ ਆਪਾਂ ਦੂਜੇ ਪਾਸੇ ਚਲੀਏ, that can be possible, exceptional cases। ਪਰ ਬਿਨ ਹਰਜੀ ਦਾ ਮਤਲਬ ਜੇ ਮੈਂ ਇਹਨੂੰ ਏਦਾਂ ਲਵਾਂ ਕਿ ਜਦੋਂ ਮੈਂ ਤੁਰ ਪਿਆ ਨਾ ਇਸ ਪਾਸੇ, ਤੇ ਮੈਨੂੰ ਇਹ ਥਾਟ ਜਿਹੜੀ ਦੇਣੀ ਸੀ ਇਹ ਵੀ ਰੱਬ ਜੀ ਨੇ ਦਿੱਤੀ ਕਿ ਇਸ ਪਾਸੇ ਆ ਜਾਵੇ। ਜਿਸ ਵੇਲੇ ਮੇਰਾ ਮੈਂ ਕਸਪ ਤੇ ਆ ਗਿਆ, ਮਾੜੇ ਔਰ ਚੰਗੇ ਕੰਮ ਦੇ ਕਸਪ ਤੇ ਮੈਨੂੰ ਸੋਚ ਕਿਹਨੇ ਦੇਣੀ ਹੈ? ਮੈਂ ਲੈਣੀ ਹੈ ਕਿ ਰੱਬ ਨੇ ਦੇਣੀ ਹੈ? ਰੱਬ ਨੇ। There we go। है ना? क्या बात है। इंटरेस्टिंग। हाँ जी, थैंक यू। कार सिंह जी कुछ? हाँ जी, I would go back to the last शब्द, जो नर दुख में दुख नहीं माने। इन्हीं देर रुके रहे यार, मैं तो पुछदा नाल नाल। It's okay। नहीं, वो मैं भी वो शब्द पुछना सी सनो उत्थे मौका नहीं देता। Let him ask and I'll ask। I asked everyone। I think you want, okay। No, I asked anyone। No, चलो आगे। चलो कोई नहीं। हाँ, तुसी मालोवर ही करते रह जांदे हो फिर। नहीं, कदी प्लीज, नो प्रॉब्लम। ਜੇ ਗੱਡੀ ਬੈਗ ਗੇਅਰ ਤੇ ਨਾ ਪਾਈਏ ਤੇ ਫਿਰ ਬੈਗ ਨੂੰ ਜੰਗਾਲ ਹੀ ਲੱਗ ਜਾਂਦਾ ਨਾ, ਫਿਰ ਉਹ ਬੈਗ ਆਹੋ ਇਹ ਵੀ ਹੈਗਾ, ਉਹ ਪਿਛਲੀ ਗਰਾਰੀ ਨਹੀਂ ਚੱਲਦੀ ਫਿਰ। ਮੈਂ ਗੇਅਰ ਕਦੀ ਯੂਜ਼ ਕਰ ਲੈਣਾ ਚਾਹੀਦਾ। ਹਾਂ ਨਹੀਂ ਹਮੇਸ਼ਾ ਕਰੀਏ। ਅੱਛਾ, ਮੈਂ ਸੋਚ ਰਿਹਾ ਸੀ ਵੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਦੁੱਖ ਵੀ ਬੜੀ ਕਿਸਮ ਦੇ ਦੁੱਖ ਨੇ ਮਨੁੱਖ ਨੂੰ। ਇੱਕ ਸਾਨੂੰ ਜਿਹੜੀਆਂ ਸਰੀਰਕ ਬਿਮਾਰੀਆਂ ਨੇ, ਇੱਕ ਇਹ ਦੁੱਖ ਆ। ਤੇ ਮੈਂ ਜਦੋਂ ਗੁਰੂ ਅਰਜਨ ਸਾਹਿਬ ਵੱਲੇ ਦੇਖੀਦਾ ਜਾਂ ਗੁਰੂ ਤੇਗ ਬਹਾਦਰ ਸਾਹਿਬ ਵੱਲੇ ਦੇਖੀਦਾ, ਤੇ tyrant are torturing them and they're bearing unbearable pain of torturing। Okay, on that situation, how you can come up कि जो नर दुख में दुख नहीं माने। So after contemplation, so I came up that in case of Guru Tegh Bahadur Sahib and Guru Arjan Sahib, the goal they have it in front of the tyrant is bigger than their pain and their life, because Guru Arjan Sahib, so he want to bring a quality of life in the society, and he also propagating the absolute truth। ਤੇ ਜਿਹੜੇ ਕੁੜਿਆਰ ਆ ਉਹਨਾਂ ਨੂੰ ਇਹ ਪਸੰਦ ਨਹੀਂ, ਤੇ ਸਚਿਆਰ ਤੇ ਕੁੜਿਆਰ ਦੀ ਟੱਕਰ ਹੋ ਗਈ। ਤੇ ਜਿਹੜਾ ਹੁਣ ਕੁੜਿਆਰ ਆ ਉਹ ਸਚਿਆਰ ਨੂੰ ਟੋਰਚਰ ਕਰ ਰਿਹਾ ਕਿ ਕਿਸੇ ਨਾ ਤਰੀਕੇ ਨਾਲ ਇਹਨੂੰ ਬੈਕਅਪ ਕੀਤਾ ਜਾਵੇ, ਇਹ ਉਹਨਾਂ ਦੇ ਕੈਂਪ ਵਿੱਚ ਆ ਜੇ, ਕੁੜਿਆਰਾਂ ਦੇ ਵਿੱਚ, ਕਿ ਆਪਣੇ ਰਾਹ ਤੋਂ ਭਟਕ ਜਾਵੇ। ਤੇ ਮੈਂ ਸੋਚਦਾ ਸੀ ਵੀ ਜਦੋਂ ਮਨੁੱਖ ਦਾ ਗੋਲ ਇਜ਼ ਬਿਗਰ ਦੈਨ, the cause is very bigger, even bigger than your life and death and anything you behold। So in that case, someone can come up and say, jo nar dukh mein dukh nahi mane,
ਸੁਖ ਸੁਨੇਹਾ ਭੈ ਨਹੀਂ ਜਾਗੇ ਕੰਚਨ ਮਾਟੀ ਮਾਨ। ਹਾਂਜੀ। Absolutely right. Also, let's go a step down from this thought. ਜਦੋਂ ਮੈਂ ਰੱਬ ਦੇ ਨਾਲ ਅਭੇਦ ਹੁੰਨਾ, in other words, ਜਦੋਂ ਮੈਂ ਸਿਰਫ ਇਮੈਜਿਨ ਕਰ ਸਕਦੇ ਹਾਂ ਅਸੀਂ ਕਿੱਧਰੇ ਨਹੀਂ ਪਹੁੰਚੇ ਹੋਏ ਹਾਲੇ। ਮੈਂ ਸੱਚਿਆਰ ਬਣਨਾ ਚਾਹਨਾ, ਮੈਨੂੰ ਗੋਲ ਦਾ ਮੇਰਾ ਪਤਾ ਹੈ। ਹਾਈਪੋਥੈਟਿਕਲੀ ਮੈਂ ਸੱਚਿਆਰ ਬਣਦਾ ਪਿਆ, ਬਣ ਗਿਆ। ਬਾਣੀ ਦੇ ਜਿਹੜੇ ਸਿੰਬਲ ਜਾਂ ਜਿਹੜੇ ਸਿੰਪਟਮਸ ਕਹਿ ਲਈਏ, ਪ੍ਰੀਰੈਕਸ ਕਹਿ ਲਈਏ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਸੋ ਮੈਂ ਤਨ ਮਨ ਧਨ ਦੇਤਾ। ਇਹ ਜਿਹੜੀ ਗੱਲ ਤੁਸਾਂ ਗੁਰੂ ਸਾਹਿਬ ਦੀ ਕੀਤਾ, as I said, ਇਹ ਬਿਲਕੁਲ ਐਬਸੋਲਿਊਟਲੀ ਟਰੂਥ ਹੈ ਜਿਹੜੀ ਉਹਨਾਂ ਦੀ ਉਸ ਵੇਲੇ ਲੋੜ ਹੈ। ਪਰ ਮੈਂ ਤੇ ਗੱਲ ਕਰ ਰਿਹਾ ਭਾਈ ਮਨੀ ਸਿੰਘ, ਭਾਈ ਦਿਆਲਾ ਜੀ, ਜਿਹੜੇ ਗੁਰੂ ਨਹੀਂ ਗਏ ਹਲੇ। ਗੁਰੂ ਤੇ ਸਰਬ ਕਲਾ ਸਮਰੱਥ ਹੈ, ਪਰ ਉਹ ਗੁਰੂ ਦੇ ਨਾਲ ਅਭੇਦ ਹੋਣਾ ਚਾਹ ਰਹੇ ਨੇ ਤੇ ਹੋ ਗਏ ਨੇ। ਪ੍ਰੋਬੇਬਲੀ ਉਹ ਸੱਚਿਆਰ ਬਣ ਗਏ ਨੇ, ਪ੍ਰੋਬੇਬਲੀ। ਤੇ ਸਾਰਿਆਂ ਤੋਂ ਪਹਿਲੇ ਇਹ ਇੱਕ ਲਫ਼ਜ਼ ਆਉਂਦਾ ਹੈ ਵਿਦਵਾਨਾਂ ਦੇ ਵਿੱਚ, ਜਾਂ ਦੇ ਅਧਿਆਸ ਕਹਿੰਦੇ ਆ, ਸਰੀਰ ਦੇ ਨਾਲ ਮੋਹ। ਇਹ ਸਭ ਤੋਂ ਪਹਿਲੇ ਟੁੱਟਦਾ ਹੈ। ਜਿਹੜੇ ਦੁੱਖ ਦੀ ਅਸੀਂ ਗੱਲ ਕਰ ਰਹੇ ਹਾਂ, ਕਿਉਂਕਿ ਅਸੀਂ ਮਾਇਕੀ ਕੀ ਰਹੇ ਹਾਂ, ਪਰ ਜਿਹੜੇ ਦੁੱਖ ਨੂੰ ਬਾਣੀ ਦੁੱਖ ਮੰਨ ਰਹੀ ਹੈ, ਮਾਫ ਕਰਨਾ, ਬਾਣੀ ਇਹਨੂੰ ਦੁੱਖ ਨਹੀਂ ਮੰਨਦੀ। ਜਿਸ ਤਰ੍ਹਾਂ ਮੈਂ ਦੁੱਖ ਨੂੰ ਦੁੱਖ ਮੰਨ ਰਿਹਾ, ਬਾਣੀ ਉਹਨੂੰ ਦੁੱਖ ਨਹੀਂ ਮੰਨਦੀ। ਦੁੱਖ ਦੀ ਡੈਫੀਨੇਸ਼ਨ ਦੁੱਖ ਤਦੇ ਕੀ ਹੈ ਜੀ? ਬੋਲੋ ਯਾਰ। ਦੁੱਖ ਤਦੇ ਵਿਸਰਿਆ ਨਾ ਜਾਏ ਜਾਂ ਵਿਸਰ ਜਾਏ। ਯੂ ਨੋ, ਮੇਰਾ ਦੁੱਖ ਜਿਹੜਾ ਹੈ ਉਹ ਵੱਖਰਾ ਹੋ ਸਕਦਾ ਕਿਉਂਕਿ ਮੈਂ ਬਹੁਤ ਨੀਵਾਂ ਵਾਂ। ਪਰ ਅਸੀਂ ਸੋਚੀਏ ਜੇ ਉਹਨਾਂ ਨੂੰ ਦੁੱਖ ਹੁੰਦਾ ਤੇ ਉਹ ਕਹਿੰਦੇ ਓਏ ਖੜ ਜਾ ਜਰਾ, ਹੁਕਮ ਦੀ ਪਾਲਣਾ ਕਰ। ਮਰਦੇ ਮਰਦੇ ਵੀ ਹੁਕਮ ਸਮਝਾ ਰਹੇ ਨੇ। ਉਹ ਕੀ ਹੈ? ਉਹ ਵੀ ਤੇ ਟਾਇਰੈਂਟ ਹੀ ਹੈ, ਉਹਦੀ এনवायरमेंट। ਰਾਜੇ ਸਾਡੇ ਨੇ ਟਾਇਰੈਂਟ ਨੇ, ਪਰ ਉਹਨਾਂ ਨੂੰ ਸਰੀਰਕ ਮੋਹ ਹੀ ਨਹੀਂ ਹੈਗਾ, ਰਾਦਰ ਚਾਹ ਹੈਗਾ ਕਿ ਮੈਂ ਇਸ ਤੋਂ ਅੱਗੇ ਜਾਵਾਂ। ਤੇ ਉਹ ਜਿਹੜੀ ਗੱਲ ਮਨਸੂਰ ਦੀ ਹੈ ਉਹ ਬਹੁਤ ਐਪਲੀਕੇਬਲ ਹੈ। तुसा सुनिया ही होएगा कि वो क्या वो नमरूद की खुदाई थी, बंदगी में तेरी भला ना हुआ। मंसूर ने नारा लाया अनल हक, ते नमरूद कहंदा सीगा कि मैं रब हां। नमरूद उस वेले दा राजा, उन्हें कहता कि नहीं इनू सजा दे दे। वो कहंदा बई तू, मैं कह भी मैं रब हां, मैनू मेरी जय कर। वो कहंदा मैं नहीं करदा। ते उन्हें ओनू क्या भी फलाने दिन इनू फांसी दे दिओ। ते टिल देन चौंक ते बैठ के, तुसीं सारा सुनिया, मैं सिर्फ उन्होंने गोइंग फॉरवर्ड करांगा। सुनिया ना ये कल? प्लीज दसो, नहीं तो मैं अध विचकार नहीं सुनिया। ओके, चौंक दे विच उन्होंने फिर मैं थोड़ी जी डिटेल कर दियांगा कि चौंक दे विच उन्होंने क्या नमरूद ने कि तू चौंक दे विच इनू ऑर्डर सीगा नैशनल कि इनू चौंक दे विच बिठा दिओ, हर एक आंदा जांदा इनू पत्थर मारे। एक इस्लाम दे विच ये भी है संगसार करना, संगसार करना या संगसार करना, कि पत्थर मार मार के मार देना, उन्होंने दबा देंदे ने ते पत्थर मार मार के उन्होंने जा। वो नहीं, उनकी फांसी की सजा है 15 दिनों बाद या कुछ दिनों बाद। तो उन्होंने कहते तू जड़ा आंदा जांदा पत्थर मारे। तो एक दोस्त सीगा शिबली, थोड़ा जा साइड ट्रैक है उत्तों। उन्हें क्या मेरा ये दोस्त है इन्ना प्यारा और है बिल्कुल ठीक है,
ਇਹ ਸਿਰਫ ਅੜੀਅਲ ਹੈ ਰੱਬ ਦੀ, ਉਹਦੀ ਰੱਬ ਨੂੰ ਮੰਨੀ ਜਾਏ, ਉਹਦੀ ਜੈ ਕਰ ਦੇਵੇ ਤਾਂ ਕਿ ਅਸੀਂ ਸਾਰੇ ਕਰਦੇ ਹਾਂ। ਵੀ ਆਰ ਆਲ ਕੰਪਰੋਮਾਈਜ਼ਿੰਗ। ਕੀ ਫਰਕ ਪੈਂਦਾ, ਏਦਾਂ ਕਰ ਲਓ, ਅਸੀਂ ਕਰਦੇ ਹਾਂ ਸਾਰੇ। ਉਹਨੇ ਫੁੱਲ ਮਾਰਿਆ ਤੇ ਸ਼ਾਇਰਾਂ ਨੇ ਉਹਦਾ ਗਾਣਾ ਬਣਾਇਆ ਕਿ ਸੱਜਣਾ ਨੇ ਫੁੱਲ ਮਾਰਿਆ, ਸਾਡੀ ਰੂਹ ਅੰਬਰਾਂ ਤੱਕ ਰੋਈ, ਲੋਕਾਂ ਦੇ ਪੱਥਰਾਂ ਦੀ ਸਾਨੂੰ ਪੀੜ ਰਤਾ ਨਾ ਹੋਈ। ਜਿਸ ਲਈ ਉਹਨੇ ਫੁੱਲ ਮਾਰਿਆ ਸ਼ਿਬਲੀ ਨੇ, ਤੇ ਉਹ ਮਨਸੂਰ ਚੀਕਾ ਮਾਰ ਬੈਠਾ। ਉਹ ਕਹਿੰਦਾ ਯਾਰ ਲੋਕ ਤੈਨੂੰ ਪੱਥਰ ਮਾਰੀ ਜਾਂਦੇ ਨੇ, ਚੁੱਪ ਬੈਠਾ ਹੈ, ਮੈਂ ਤੇ ਤੈਨੂੰ ਫੁੱਲ ਮਾਰਿਆ ਕਿ ਤੂੰ ਮੇਰਾ ਸੱਜਣ ਹੈ। ਉਹ ਕਹਿੰਦਾ ਮੈਂ ਰੋਇਆ ਇਸ ਕਰਕੇ ਨਹੀਂ, ਨਾ ਮੈਨੂੰ ਫੁੱਲ ਲੱਗਦਾ ਪਿਆ ਤੇ ਨਾ ਪੱਥਰ ਲੱਗਦਾ ਪਿਆ, ਮੈਂ ਰੋਂਦਾ ਇਸ ਕਰਕੇ ਪਿਆ ਪੁੱਤਰ ਕਿ ਤੂੰ ਮੇਰੇ ਭਰਾਵਾ, ਕਿ ਤੂੰ ਦੁਨਿਆਵੀ ਹੁਕਮ ਨਹੀਂ ਮੰਨਿਆ, ਤੂੰ ਰੱਬੀ ਹੁਕਮ ਕਿਵੇਂ ਮੰਨੇਗਾ। ਇਹ ਸਾਡੇ ਤੇ ਵੀ ਅਪਲਾਈ ਹੁੰਦਾ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਅੱਛਾ, 15 ਦਿਨਾਂ ਬਾਅਦ ਉਹਦੀ, ਹੁਣ ਉਹ ਸ਼ਿਬਲੀ ਕਹਿੰਦਾ ਅੱਛਾ ਤੂੰ ਤੇ ਯਾਰ ਬਹੁਤ ਪਹੁੰਚਿਆ ਹੋਇਆ ਹੈ, ਤੇ ਤੂੰ ਮੈਨੂੰ ਮੇਰੇ 3 ਸਵਾਲ ਨੇ, ਉਹਦਾ ਜਵਾਬ ਦੇ। ਪਹਿਲਾ ਸੀਗਾ ਦਾਨ ਦੀ ਹੱਦ ਕਿੱਥੇ ਹੈ, ਪਿਆਰ ਦੀ ਹੱਦ ਕਿੱਥੇ ਹੈ, ਤੇ ਦਾਨ, ਤਿਆਗ ਤੇ ਪਿਆਰ। ਦਾਨ ਦੀ ਹੱਦ ਕਿੱਥੇ, ਤਿਆਗ ਦੀ ਹੱਦ ਕਿੱਥੇ, ਪਿਆਰ ਦੀ ਹੱਦ ਕਿੱਥੇ। ਸੋ ਉਹਨੂੰ ਇੱਕ ਅੱਧਾ ਟੁੱਕੜ ਸੁੱਕੀ ਰੋਟੀ ਦਿੰਦੇ ਸੀਗੇ, ਰੋਟੀ ਖਾਣ ਲਈ ਸਾਰੇ ਦਿਨ। ਕਹਿੰਦਾ ਮੈਂ ਤੈਨੂੰ ਡਿਊ ਕੋਰਸ ਮਰਨ ਤੋਂ ਪਹਿਲੇ ਤੱਕ ਸਾਰਾ ਦੇ ਦਿਆਂਗਾ। ਠੀਕ ਹੈ। ਸੋ ਉਹਨਾਂ ਨੇ ਅੱਧੀ ਰੋਟੀ ਦਿੱਤੀ ਤੇ ਨਾਲ ਇੱਕ ਕੁੱਤਾ ਆ ਗਿਆ ਜਿਹੜਾ ਸੁੱਕਾ ਸੜਿਆ ਜਿਹਾ ਸੀਗਾ। ਉਹ ਕਹਿੰਦਾ ਇੱਧਰ ਆ ਦੇਖ, ਇਹ ਹੀ ਦਾਨ ਤੇ ਇਹ ਹੀ ਤਿਆਗ। ਕਹਿੰਦਾ ਮੈਨੂੰ ਅੱਧੀ ਰੋਟੀ ਮਿਲੀ ਹੈ, ਮੈਂ ਭੁੱਖਾ, ਪਰ ਮੈਨੂੰ ਇਹ ਪਤਾ ਹੈ ਕਿ ਮੈਂ 15 ਦਿਨਾਂ ਬਾਅਦ ਮਰ ਜਾਣਾ, ਭਾਵੇਂ ਮੈਂ ਜੀਆਂ ਭਾਵੇਂ ਮੈਂ ਮਰਾਂ, 15ਵੇਂ ਦਿਨ ਮੇਰੀ ਮੌਤ ਹੈਗੀ ਹੈ, ਕਿਉਂਕਿ ਮਾਲਕ ਨੇ ਹੁਕਮ ਦਿੱਤਾ ਹੋਇਆ ਇਸ ਦੇਸ਼ ਦੇ ਨਮਰੂਦ ਨੇ। ਤੇ ਕਹਿੰਦਾ ਅੱਧੀ ਰੋਟੀ ਇਹ ਕੁੱਤੇ ਨੂੰ ਮੈਂ ਦੇ ਦਿੰਦਾ, ਇਹ ਖਰੇ ਬਚ ਜਾਏ, ਇਹ ਖਰੇ ਭਲਕੇ ਮਰਨਾ ਹੋਵੇ, ਇਸ ਅੱਧੀ ਰੋਟੀ ਨਾਲ ਇਹ ਬਚ ਜਾਏ। ਜਾਇਜ਼। ਫਾਂਸੀ ਦਾ ਦਿਨ ਆ ਗਿਆ। ਉਹਨਾਂ ਨੇ ਕਿਹਾ ਵੀ ਤੇਰੀ ਆਖਰੀ ਖੁਆਇਸ਼ ਕੀ ਹੈ? ਕਹਿੰਦਾ ਮੇਰੇ ਹੱਥ ਵੱਢ ਦਿਓ ਤੇ ਮੇਰੀਆਂ ਅੱਖਾਂ ਬੰਦ ਕਰ ਦਿਓ। ਉਹ ਕਹਿੰਦੇ ਕਿਉਂ? ਕਹਿੰਦਾ ਕਿਧਰੇ ਮੈਂ ਇਹ ਨਾਸ਼ਵੰਤ ਨੂੰ ਦੇਖ ਕੇ ਤੇ ਕਿਧਰੇ ਮੇਰੀ ਜੀਣ ਦੀ, ਉਹ ਜਿਹੜੀ ਹੈ ਨਾ resurrection of Jesus Christ, ਕੋਈ ਇਹੋ ਜਿਹੀ ਮੂਵੀ ਆਈ ਸੀ ਬੜੀ ਪਹਿਲੇ, ਕਿ ਉਹ ਜੀਸਸ ਜਿਹੜਾ ਉਹ ਸੂਲੀ ਤੋਂ ਥੱਲੇ ਉਤਰ ਕੇ ਤੇ ਦੁਨੀਆ ਵੱਲ ਚਲਾ ਜਾਂਦਾ। ਕਹਿੰਦਾ ਕਿਧਰੇ ਮੇਰਾ ਮਨ ਜਿਹੜਾ ਨਾ ਇਧਰ ਪਰਤ ਨਾ ਜਾਏ। ਤੇ ਕਹਿੰਦਾ ਹੱਥ ਕਿਉਂ ਵੱਢ ਦਿਓ? ਪਿਆਰ ਦੀ ਹੱਦ। ਤਿਆਗ ਦੀ ਹੱਦ ਹੋ ਗਈ, ਦਾਨ ਦੀ ਹੱਦ ਹੋ ਗਈ, ਪਿਆਰ ਦੀ ਹੱਦ। ਕਹਿੰਦਾ ਇਹ ਕਿਧਰੇ ਮੇਰਾ, ਮੈਂ ਮਾਲਕ ਨੂੰ ਮਿਲਣਾ ਤੇ ਮੇਰਾ ਰੰਗ ਪੀਲਾ ਨਾ ਪੈ ਜਾਏ ਮੌਤ ਦੇ ਡਰ ਤੋਂ। ਤੇ ਕਹਿੰਦਾ ਜਦੋਂ ਮੇਰੇ ਹੱਥ ਵੱਢੋਗੇ ਤੇ ਮੈਂ ਉਹ ਖੂਨ ਜਿਹੜਾ ਨਾ ਆਪਣੇ ਮੂੰਹ ਤੇ ਲਾਣਾ ਚਾਹਨਾ ਕਿ ਮੈਂ ਨਕਲੀ ਲਾਲੀ ਲਾ ਲਵਾਂ, ਪਰ ਮੈਂ ਜਾਵਾਂ ਹੋ ਕੇ ਲਾਲ। ਉਹਦੀ ਮਨਸੂਰ ਬਹੁਤ ਵੱਡਾ ਪੀਰ ਹੋਇਆ ਆਪਣੇ ਵੇਲੇ ਦਾ। ਸੋ ਦੇਹ ਅਧਿਆਸ ਜਿਹੜਾ ਨਾ, ਗੁਰੂ ਸਾਹਿਬ ਨੇ ਉਹਨੂੰ ਨਹੀਂ ਮੰਨਿਆ। ਗੁਰੂ ਸਾਹਿਬ ਮੰਨਦੇ ਹੈ ਕਿ ਜਦੋਂ ਮੈਂ ਤੇਰੇ ਤੋਂ ਵਿਛੜ ਜਾਵਾਂ ਨਾ, ਉਹ ਮੇਰੀ ਮੌਤ। ਉਹ ਹੈ ਨਾ, ਇੱਕ ਪਲ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਜੇ ਮੈਂ ਤੇਰੇ ਤੋਂ ਵਿਛੜ ਜਾਵਾਂ ਤੇ ਮੇਰੀ ਮੌਤ ਹੈ, ਤੈਨੂੰ ਮਿਲਾਂ ਤੇ ਮੈਂ ਜਿਉਣਾ। ਤੂੰ ਵਿਸਰੈ ਤਾਂ ਸਭ ਕੋ ਲਾਗੂ, ਚੀਤ ਆਵੇਂ ਤਾਂ ਸਹੀ। ਸੋ ਇਹ ਜਿਹੜੀ ਗੱਲ ਮੈਨੂੰ ਜੋ ਸਮਝ ਆਉਂਦੀ ਹੈ ਕਿ ਇਹ ਜਿਹੜੇ ਸਿੱਖ ਸਨ ਸਾਡੇ, ਔਰ ਢੇਰ ਮਾਰਿਆ ਪਿਆ। ਮਾਸਟਰ ਹਬੀਬ ਲਿਖਦਾ ਆਪਣੀ ਥਾਂ ਤੇ ਕਿਸੇ ਕਿਤਾਬ, ਕਹਿੰਦਾ ਵੀ ਸਿੱਖਾਂ ਨੇ ਤੇ ਸ਼ਹੀਦੀਆਂ ਦੇ ਅੰਬਾਰ ਲਾਏ ਹੋਏ।
ਕਹਿੰਦਾ ਮੁਹੰਮਦ ਉੱਤੇ ਤੇ ਇੱਕ ਮੁਹੰਮਦ ਉਹ ਵੀ ਸ਼ਹੀਦ ਨਹੀਂ ਹੋਇਆ ਤੇ ਉਹ ਆਪਣੇ ਧਰਮ ਨੂੰ ਇੱਥੇ ਤੱਕ ਲੈ ਕੇ ਕਹਿੰਦੇ ਇੱਥੇ ਤੇ ਅੰਬਾਰ ਲੱਗੇ ਵੀ ਹਿਸਾਬ ਹੀ ਕੋਈ ਨਹੀਂ ਹੈਗਾ। ਉਹਨਾਂ ਨੂੰ ਆਪਣੇ ਸਰੀਰਕ ਮੋਹ ਨਹੀਂ ਸੀ, ਭਾਵੇਂ ਕੋਈ ਟਾਇਰੈਂਟ ਸੀ ਜਾਂ ਨਹੀਂ ਸੀ, ਉਹ ਤੇ ਉਹ ਨਾਲ ਖੇਲ ਕਰਦੇ ਪਏ ਨੇ। ਉਹ ਕਹਿੰਦੇ ਤੂੰ ਪਾਗਲ ਹੈ, ਕੀ ਕਰੀ ਜਾਂਦਾ ਭਾਈ ਮਨੀ ਸਿੰਘ, ਤੈਨੂੰ ਬੰਦ ਕੱਟਣ ਲਈ ਕਿਹਾ, ਤੂੰ ਹੱਥ ਵੱਢਦਾ ਪਿਆ, ਨਲਾਇਕ ਨਾ ਹੋਏ ਤੇ। ਅੱਛਾ, ਮੈਂ ਜਦੋਂ ਬੱਚਿਆਂ ਨੂੰ ਦਿਖਾਉਂਦਾ ਹੁੰਦਾ ਸੀਗਾ ਇਹ ਗੱਲ ਸਲਾਈਡ ਸ਼ਹੀਦਾਂ ਦੀ ਅਰਦਾਸ ਤੇ ਉਹਦੇ ਚ ਇੱਕ ਗੱਲ ਆਉਂਦੀ, ਵੱਡਿਆਂ ਨੂੰ ਵੀ ਦਿਖਾਇਆ ਜਾ ਸਕਦਾ, ਵੈਸੇ ਪਰਮਜੀਤ ਜੀ ਨੋਟ ਕਰ ਛੱਡਣਾ ਅਰਦਾਸ ਦੇ ਵਿੱਚ ਸਲਾਈਡਸ ਤੇ ਭਾਈ ਜਦੋਂ ਜਿਨ੍ਹਾਂ ਨੂੰ ਇੱਕ ਦੇਗ ਚ ਉਬਾਲਿਆ ਗਿਆ ਦਿਆਲਾ ਜੀ ਨੂੰ, ਤੇ ਸਤੀਦਾਸ ਜੀ, ਭਾਈ ਮਤੀ ਦਾਸ ਨੂੰ ਆਰਿਆ ਨਾਲ ਚਰਾਇਆ ਗਿਆ, ਸਤੀਦਾਸ ਨੂੰ ਰੂੰ ਚ ਬੰਨ ਕੇ। ਹੁਣ ਮੈਂ ਬੱਚਿਆਂ ਨੂੰ ਸਵਾਲ ਪਾਉਂਦਾ ਹੁੰਦਾ ਸੀਗਾ ਕਿ ਰੂੰ ਚ, ਕਿਉਂਕਿ ਯਾਸਾ ਦਾ ਕਾਨੂੰਨ ਜਿਹੜਾ ਸਾਨੂੰ ਸਾਰਿਆਂ ਨੂੰ ਪਤਾ ਹੈ ਇਹਨਾਂ ਦਾ, ਮੁਸਲਮਾਨਾਂ ਦਾ, ਵੀ ਉਹ ਖੂਨ ਦਾ ਕਤਰਾ ਨਾ ਡੁੱਲੇ। ਗੁਰੂ ਅਰਜਨ ਸਾਹਿਬ ਦੀ ਵੀ ਜਿਹੜੀ ਸ਼ਹੀਦੀ ਹੈ ਉਹ ਵੀ ਯਾਸਾ ਦੇ ਕਾਨੂੰਨ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਯਾਸਾ ਦੇ ਵਿੱਚ ਨਹੀਂ। ਤੇ ਜਦੋਂ ਸਤੀਦਾਸ ਜੀ ਨੂੰ ਉਹ ਕੀਤਾ ਗਿਆ ਰੂੰ ਚ, ਤੇ ਉਹਦੇ ਚ ਸਵਾਲ ਉੱਠਦਾ ਹੈ ਕਿ ਰੂੰ ਚ ਕਿਉਂ ਸਾੜਿਆ ਗਿਆ। ਤੇ ਹਾਲੇ ਤੱਕ ਕਈ ਬੱਚਿਆਂ ਨੇ ਮੈਨੂੰ ਇਹ ਜਵਾਬ ਦਿੱਤਾ ਜਿਹੜਾ ਸ਼ਾਇਦ ਸਿਆਣਿਆਂ ਨੂੰ ਵੀ ਨਹੀਂ ਸੀ ਪਤਾ, ਕਿ ਜਦੋਂ ਰੂੰ ਨੂੰ ਅੱਗ ਲਾਉਂਦੇ ਨੇ ਤੇ ਉਹਦੇ ਚ ਮੋਇਸਚਰ ਹੋ ਜਾਂਦਾ ਹੈ, ਤੇ ਉਹ ਮੋਇਸਚਰ ਜਿਹੜਾ ਉਹ ਬੋਇਲਸ ਬਣਾ ਦਿੰਦਾ। ਸੋ ਇਟ ਵਾਸ ਮੋਰ ਪੇਨਫੁਲ। ਅੱਗ ਵੈਸੇ ਲਾ ਦਿਓ, ਦੈਨ ਰੂੰ ਨੂੰ ਅੱਗ ਲਾ ਦਿਓ, ਤੇ ਉਹ ਜਦੋਂ ਰੂੰ ਸੜਦਾ ਤੇ ਉਹਦੇ ਅੰਦਰ ਦਾ ਸੇਕ ਜਿਹੜਾ ਬਾਡੀ ਨੂੰ, ਉਹ ਹੋਰ ਟਾਰਚਰਸ ਹੁੰਦਾ। ਗੁਰੂ ਤੇਗ ਬਹਾਦਰ ਸਾਹਿਬ ਦੀ ਤੇ ਜਦੋਂ ਦੇਖਿਆ ਜਾਂਦਾ ਤੇ ਉਹਨਾਂ ਨੇ ਸਿਰ ਕਲਮ ਕਰ ਦਿੱਤਾ, ਪਰ ਉਹਨਾਂ ਨੂੰ ਜਿਹੜਾ ਸਾਈਕੋਲੋਜੀਕਲ ਦਿੱਤਾ, ਇਹ ਉਹਨਾਂ ਦੇ ਸਿੱਖਾਂ ਦਾ ਹਾਲ। ਤੇ ਸ਼ਾਇਦ ਇਹ ਡੋਲ ਜਾਣ, ਸ਼ਾਇਦ ਇਹ ਡੋਲ ਜਾਣ। ਬਾਬਾ ਬੰਦਾ ਸਿੰਘ ਬਹਾਦਰ, ਜੇ ਅਸੀਂ ਟਾਇਰੈਂਟਸ ਨੂੰ ਦੇਖੀਏ ਤੇ ਬਹੁਤ ਕਮਾਲ ਹੈ। ਉਹ ਬੰਦਾ ਜਿਹੜਾ ਹਿਰਨੀ ਦੇ ਪੇਟ ਚੋਂ ਬੱਚੇ ਨੂੰ ਨਿਕਲਦੇ ਨੂੰ ਦੇਖ ਕੇ, ਮਰਦੇ ਨੂੰ ਦੇਖ ਕੇ ਬੈਰਾਗੀ ਹੋ ਜਾਂਦਾ ਹੈ, ਉਸ ਬੰਦੇ ਦਾ ਦਿਲ, ਬੱਚੇ ਦਾ ਦਿਲ, ਉਹਦੇ ਬੱਚੇ ਦਾ ਕੱਟ ਕੇ ਤੇ ਉਹਦੇ ਮੂੰਹ ਚ ਪਾਇਆ ਜਾਂਦਾ, ਗਲੇ ਚ ਹਾਰ ਬਣਾਇਆ ਜਾਂਦਾ ਉਹਦੀ ਬਾਡੀ ਦਾ। ਕਿੱਥੇ ਦੀ ਟਾਇਰੈਂਟਸ ਦੀ ਗੱਲ ਕਰਾਂ। ਤੇ ਕੀ ਉਹ ਦੁੱਖ ਮੰਨਦੇ ਸੀ? ਨਹੀਂ, ਉਹ ਨਿਰਲੇਪ ਬੈਠੇ ਸੀ। ਉਹਨਾਂ ਨੂੰ ਇਸ ਸਰੀਰ ਦੇ ਦੁੱਖ ਦਾ ਅਹਿਸਾਸ ਨਹੀਂ ਸੀ। ਮੈਨੂੰ ਏਦਾਂ ਲੱਗਦਾ, ਆਈ ਕੁਡ ਬੀ ਰੋਂਗ, ਪਰ ਮੈਨੂੰ ਇਹ ਸਾਰੀਆਂ ਗੱਲਾਂ ਇਮੋਸ਼ਨਲ ਕਰ ਦਿੰਦੀਆਂ। ਆਈ ਥਿੰਕ ਕਿ ਉਹਨਾਂ ਦੀ ਜਿਹੜੀ ਸਟੇਟ ਆਫ ਮਾਈਂਡ ਸੀ, ਕਿਉਂਕਿ ਮੈਂ ਤੇ ਉੱਥੇ ਪਹੁੰਚਿਆ ਹੀ ਨਹੀਂ ਹੋਇਆ ਹਾਲੇ, ਸੋ ਆਈ ਕੈਨ ਨਾਟ ਈਵਨ ਫੈਥਮ। ਹਾਂਜੀ, ਸੌਰੀ, ਮੈਂ ਆਈ ਟੁੱਕ ਮੋਰ ਟਾਈਮ ਤੁਹਾਡਾ, ਤੇ ਤੁਸੀਂ ਫਿਰ ਟਾਈਮ ਨਹੀਂ ਦਿਓਗੇ, ਕਿਤੇ ਮੈਨੂੰ ਫਿਰ ਗੁੱਸਾ ਨਾ ਕਰ ਦੇਣ ਪਰਮਜੀਤ ਵਰਗੇ। ਹਾਂਜੀ ਭੈਣ ਜੀ, ਪਲੀਜ਼। No, I think I got it. ਉਸ ਚ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਉਹਦੇ ਚ ਗੁਰੂ ਜੀ ਸਾਨੂੰ ਮਤਲਬ ਇੱਕ ਸੱਚਿਆਰ ਬਣਨ ਦੇ ਜਾਂ ਗੁਰਮੁਖ ਬਣਨ ਦੇ characteristics, what characteristics we have to have, right? ਦੁੱਖ ਚ ਦੁੱਖ ਨਹੀਂ ਮੰਨਣਾ, ਸੁੱਖ ਨੂੰ, ਔਰ ਜੋ ਵੀ ਆਂਦਾ ਇੱਕੋ ਉਸੇ ਤਰ੍ਹਾਂ ਸਾਨੂੰ ਰਹਿਣਾ, ਸਾਰਾ ਸ਼ਬਦ ਨਿੰਦਿਆ ਨਾ ਹੈ, ਜੋ ਮਾਨ ਅਪਮਾਨਾ, ਮਤਲਬ ਮੈਨੂੰ, ਸਾਨੂੰ ਨਾ ਕੋਈ ਸਾਡੀ ਮਾਨ ਕਰੇ ਵੀ ਸਾਨੂੰ ਕੋਈ ਫਰਕ ਨਹੀਂ, ਅਪਮਾਨ ਕਰੇ ਵੀ doesn't matter, we should be ਮਤਲਬ ਸਮ ਇੱਕਦਮ ਸਥਿਤੀ ਉਹ ਜੀ ਹੋਣੀ ਚਾਹੀਦੀ ਹੈ, doesn't matter ਜੋ ਮੇਰਾ ਕੁਝ ਕਰਨਾ। ਸੋ ਪਰ ਇਹ ਲਾਸਟ ਆ ਕੇ ਕਹਿੰਦੇ ਨੇ ਕਿ which I've asked you many times, I know, ਕਿ ਜਿਸ ਨਰ ਨੇ ਇਸ ਜੁਗਤ ਨੂੰ ਪਛਾਣ ਲਿਆ, ਜਿਸ ਨੂੰ ਕਿਰਪਾ ਹੁੰਦੀ, ਉਹ ਇਸ ਜੁਗਤ,
ਉਸ ਜਗਤ ਨੂੰ ਪਛਾਣ ਲੈਂਦਾ ਹੈ, ਰਾਈਟ? ਗੁਰ ਕਿਰਪਾ ਜਿਸ ਨਰ ਕੋ ਕੀਨੀ ਤੇ ਇਹ ਜੁਗਤ ਪਛਾਣ। What does that mean? You know it. ਤੇ ਕਹਿੰਦੇ ਪਏ ਹੋ, ਅੱਗੇ ਵੀ ਬੜੀ ਵਾਰੀ ਹੋ ਚੁੱਕੀ ਗੱਲ। ਦੇਖੋ, ਕਿਰਪਾ ਸਭ ਤੋਂ ਪਹਿਲੇ ਹੈ। ਆਪਾਂ ਪਿਛਲੇ ਕਲਾਸਾਂ 'ਚ ਗੱਲ ਕਰ ਚੁੱਕੇ ਹਾਂ ਐਡਵਾਂਸਡ। ਜੇ 6 ਮਹੀਨੇ ਪਹਿਲੇ ਸੀ ਤੇ ਅਸੀਂ ਕਹਿਣਾ ਸੀ ਕਿ ਨਹੀਂ, ਉਹਨੇ ਆਪਣਾ ਕਰਮ ਕਰਨਾ ਹੈ। Now we have understood in the past, considering the past classes, ਕਿ ਕਿਰਪਾ ਹੋਈ ਪਈ ਹੈ ਪਰ ਮੈਨੂੰ realization ਨਹੀਂ ਹੈ। We've realized, we Right? all understand ਕਿ ਸਾਡੇ Okay, hold on. ਹੁਣ ਕਿਰਪਾ ਨਹੀਂ, ਕਿਰਪਾ ਤੇ ਹੈਗੀ ਹੈ ਪਰ ਮੈਂ ਜੁਗਤ ਨਹੀਂ ਨਾ ਪਛਾਣੀ। ਕਿਰਪਾ ਤੇ ਉਹਨੇ ਕੀਤੀ ਇਸੇ ਕਰਕੇ ਸੀਗੀ ਕਿ ਭਾਈ ਤੂੰ ਆਇਓ ਲਾਹਾ ਲੈਣ ਲੱਗਾ ਕਿਤ ਕੋ ਫਕੜੇ। ਤੇਰਾ ਤੇ ਕੰਮ ਹੀ ਨਹੀਂ ਸੀ, ਤੇਰਾ ਤੇ ਕੰਮ ਸੀ ਸਿਰਫ ਗੋਬਿੰਦ ਮਿਲਣ ਕੀ ਤੇਰੀ ਵਰੀਆ। ਫਿਰ ਮੈਂ ਦੂਜੇ ਪਾਸੇ ਕਿਵੇਂ ਚਲਾ ਗਿਆ? ਮੈਂ ਕਿਰਪਾ ਤੋਂ ਪਰੇ ਹੋ ਗਿਆ ਨਾ, ਰਾਈਟ? ਨਹੀਂ, yes or no? Yes. I think pachane the matlab not just I think it means understanding that jugat and adopting it. Of course, ਉਹ ਤੇ ਹੈ ਹੀ I ਹੈ। think that's what pachane means. ਹਾਂਜੀ। ਸੋ ਮੈਂ ਉਹ ਕੰਮ ਕਰ ਲਿਆ, ਮੈਨੂੰ ਜੁਗਤ ਆ ਗਈ ਤੇ ਮੈਂ ਪਾਣੀ ਨਾਲ ਪਾਣੀ ਹੋ ਗਿਆ। ਠੀਕ ਹੈ, ਮੈਂ ਹੁਣ ਲਫ਼ਜ਼ ਵਰਤ ਰਿਹਾ ਤੇ ਮੈਂ ਕਹਿ ਰਿਹਾ ਕਿ ਜੀ ਮੈਨੂੰ ਸਮਝ ਆ ਗਈ ਹੈ ਤੇ ਮੈਂ ਪਾਣੀ 'ਚ ਪਾਣੀ ਹੋ ਗਿਆ। ਤੇ ਉੱਥੇ ਜੇ ਮੈਂ ਕਹਿ ਰਿਹਾ ਨਾ ਤੇ ਕਿਧਰੇ ਮੇਰੇ 'ਚ ਮੈਂ ਨਾ ਆ ਜਾਏ, ਮੈਨੂੰ ਬਚਣ ਦਾ ਤਰੀਕਾ ਸਾਰੀ ਬਾਣੀ 'ਚ ਹੈਗਾ ਕਿ ਪੁੱਤਰ ਤੇਰੇ ਤੇ ਕਿਰਪਾ ਹੋਈ ਤੇ ਤੂੰ ਪਛਾਣਿਆ, ਨਹੀਂ ਤੇ ਤੂੰ ਨਹੀਂ ਸੀ ਪਛਾਣ ਸਕਦਾ। ਇਹ ਅਹਿਸਾਸ ਮੈਨੂੰ ਹਰ ਵੇਲੇ ਰਹਿਣਾ। ਕਰਮ ਮੈਂ ਕਰਨਾ ਪਰ ਮੈਨੂੰ ਰਿਅਲਾਈਜੇਸ਼ਨ ਹੋਣੀ ਜਿਹੜੀ ਹੈ ਕਿ ਕਿਰਪਾ ਹੋ ਗਈ ਤੇ ਮੈਂ ਕੀਤਾ। ਇਹਦੇ ਨਾਲ ਮੈਂ ਆਪਣਾ ਆਪ ਸਬਲਾਈਮ ਰੱਖਦਾ, ਨੈਚੁਰਲੀ, ਬਿਹੇਵੀਅਰਲੀ ਸਪੀਕਿੰਗ, ਰਾਈਟ? ਸੋ ਮੈਨੂੰ ਇਹ ਜੁਗਤ ਮੈਨੂੰ ਸਮਝ ਆ ਗਈ ਹੈ, ਇਹ ਪਛਾਣ, ਕਿਉਂਕਿ ਉਹਦੀ ਕਿਰਪਾ ਹੋਈ ਹੈ ਤਾਂ I understand that these should be my characteristics. What if ਮੈਂ ਪੜ੍ਹਦਾ ਰਿਹਾ ਸਾਰੀ ਬਾਣੀ ਹਮੇਸ਼ਾ, ਇਹ ਜਿੰਨੇ ਨਿੱਕੀਆਂ ਗੱਲਾਂ, ਸਿਮਰਨ ਕੀ ਹੈ, ਸਹਿਜ ਕੀ ਹੈ, ਰੱਬ ਕੀ ਹੈ, ਸਚਿਆਰ ਕੀ ਹੈ, ਹੁਕਮ ਕੀ ਹੈ, ਸੁਣਿਆ ਕੀ ਹੈ, ਮੰਨੇ ਕੀ ਹੈ, ਇਹ ਕੀ ਹੈ ਸਾਰਾ? ਅਸੀਂ ਆਪਣੀ ਗੱਲ ਕਰੀਏ। ਅਸੀਂ ਅਟੈਂਪਟ ਕੀਤਾ, ਆਪਣਾ ਟਾਈਮ ਕੱਢਿਆ, ਵੇਸਟ ਕੀਤਾ ਔਰ ਇਨਵੈਸਟ ਕੀਤਾ, and we understood it. ਪਰ ਕੋਈ ਨਵੀਂ ਗੱਲ ਵੀ ਕੀਤੀ, it was already there. ਮੈਂ ਕਿਹੜਾ ਕੱਦੂ 'ਚ ਤੀਰ ਮਾਰਿਆ? So this is the way to keep your equilibrium or keep your home at the bottom level. And this is the philosophy of Gurbani. ਇਸ ਕਰਕੇ ਅਸੀਂ ਉਹਨੂੰ ਐਕਸਪ੍ਰੈਸ ਕਿੱਦਾਂ ਕਰ, ਕਿਰਪਾ ਤੇ ਹੋਈ ਪਈ ਹੈ। That means ਮੈਂ ਕੋਈ ਨਵੀਂ ਗੱਲ ਨਹੀਂ ਕੀਤੀ, ਪਰ ਮੈਂ ਮਾੜੀ ਜ਼ਰੂਰ ਕੀਤੀ ਹੈ ਕਿ ਐਡੀ ਦੇਰ ਦੀ ਕਿਰਪਾ ਹੋਈ ਸੀ ਜਦੋਂ ਦਾ ਮੈਂ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਸੀ, ਪਰ ਮੈਨੂੰ ਨਹੀਂ ਸਮਝ ਆਈ। ਮੈਂ ਉਹਨੂੰ ਕਹਾਂਗਾ ਮੈਂ ignorant ਹਾਂ, or I have been ignoring, or I have not been adapting, both. I have not been careful to inculcate, I didn't care about it, whatever. And finally, ਪਤਾ ਨਹੀਂ ਕਿਉਂ ਮੇਰੇ ਤੇ ਰੱਬ ਉੱਠ ਗਿਆ ਤੇ ਮੈਨੂੰ ਸਮਝ ਆ ਗਿਆ। ਇੱਕ ਐਕਸਪ੍ਰੈਸ਼ਨ ਹੈ। ਫਾਈਨਲੀ ਮੈਨੂੰ ਇੱਕ ਦਿਨ ਸੁੱਤੇ ਪਏ ਖਿਆਲ ਆਇਆ ਵੀ ਛੱਡ ਦੇ ਹੁਣ ਕਿਉਂ ਜੀ ਸਾਰੀ ਗੱਲ, ਤੇ ਮੈਂ ਸ਼ੁਰੂ ਹੋ ਗਿਆ। ਵਾਟ ਇਜ਼ ਇਟ? ਸੀ ਦੋ ਚੀਜ਼ਾਂ ਨੇ।
हाँ जी, that's it. ਜੋ ਵਾਹਿਗੁਰੂ ਤੋਂ ਜੋ ਵਿਛੋੜਾ, ਵਾਹਿਗੁਰੂ ਦਾ ਵਿਛੋੜਾ ਤਾਂ ਮਾਨਸਿਕ ਦੁੱਖ ਸਭ ਤੋਂ ਵੱਡਾ ਸਾਰਿਆਂ ਨੂੰ ਦੁੱਖ ਹੈ, ਬਟ ਸਰੀਰਿਕ ਦੁੱਖ ਵਗੈਰਾ ਤਾਂ ਜ਼ਿੰਦਗੀ 'ਚ ਆਉਂਦੇ ਹੀ ਰਹਿੰਦੇ ਆ, ਬਟ ਉਹ ਮਾਨਸਿਕ ਦੁੱਖ ਨੂੰ ਸਮਝ ਕੇ working towards that makes this easier, I guess. ਫਿਰ ਦੁੱਖ ਲੱਗਦਾ ਨਹੀਂ, ਹਾਂ, ਇਹ ਨਹੀਂ ਕਿ ਸਰੀਰਕ ਆਂਦਾ ਨਹੀਂ। ਆਉਂਦੇ ਪਾਸ਼ਾ ਨੇ ਕਿਹਾ ਦੁੱਖ ਦਾਰੂ ਸੁਖ ਰੋਗ ਪਾਇਆ। ਜਿਸ ਬੱਚੇ ਨੂੰ ਚਪੇੜ ਪਈ ਨਾ ਹੋਵੇ, ਸਾਰੀ ਉਮਰ ਪੈਂਪਰਿੰਗ ਹੋਈ ਹੋਵੇ, ਜਦੋਂ ਉਹਨੂੰ ਚਪੇੜ ਪੈ ਜਾਏ ਤੇ ਉਹ ਭੁੱਬਾਂ ਮਾਰ ਕੇ ਰੋਂਦਾ ਹੈ, ਡਸਕੋਰੇ ਲੈਂਦਾ ਹੈ, ਕਿਉਂਕਿ ਉਹਨੂੰ ਉਹਦਾ ਮਹਿਸੂਸੀਅਤ ਹੀ ਨਹੀਂ ਹੁੰਦੀ, ਉਹਨੂੰ ਉਹਦੀ ਫੀਲਿੰਗ ਹੀ ਨਹੀਂ ਹੁੰਦੀ। ਦੈਟਸ ਵਾਟ ਇਟ ਇਜ਼। ਬਾਣੀ ਸਾਨੂੰ, ਕਿਉਂਕਿ ਮੈਂ ਆਤਮਕ ਤੌਰ ਤੇ ਸਟਰੋਂਗ ਹੋ ਗਿਆ, ਤੁਸੀਂ ਦੇਖੋ ਨਾ, ਮਾਈਂਡ ਓਵਰ ਦਾ ਮੈਟਰ। ਅਸੀਂ ਇੰਜੈਕਸ਼ਨ ਲਵਾਉਣ ਜਾਣਾ ਹੈ ਡਾਕਟਰ ਦੇ ਕੋਲ ਦੇ ਚ, ਤੇ ਕਿੱਦਾਂ ਅਸੀਂ ਬੱਚੇ ਨੂੰ ਕਹਿੰਦੇ ਆ ਦੇ ਕੁਝ ਵੀ ਨਹੀਂ ਹੋਣਾ, ਬਸ ਬਾਈਟ ਹੋਣੀ ਹੈ, ਇਹ ਹੋਣਾ, ਉਹ ਕਈ ਤਰੀਕਿਆਂ ਨਾਲ ਸਮਝਾ ਕੇ ਉਹਨੂੰ ਵਰਾ ਲਈਦਾ ਬੱਚੇ ਨੂੰ, ਉਹ ਵਰ ਜਾਂਦਾ। ਇੱਕ ਵਾਰੀ ਵਰ ਜਾਂਦਾ, ਮੁੜ ਕੇ ਉਹਨੂੰ ਆਦਤ ਪੈ ਜਾਂਦੀ। ਜਦੋਂ ਵੀ ਇਹ ਜਿਹੜੀ ਹੁਣੇ ਕਾਰ ਸਿੰਘ ਹੋਰਾਂ ਨੇ ਗੱਲ ਕੀਤੀ ਸੀ ਕਿ ਜਦੋਂ ਤੁਹਾਡੇ ਕੋਲ ਇੱਕ ਵੱਡਾ ਮੋਟਿਵ ਹੋਵੇ ਤੇ ਤੁਹਾਨੂੰ ਛੋਟਾ ਦੁੱਖ ਜਿਹੜਾ ਹੈ ਉਹ ਨਹੀਂ ਲੱਗਦਾ। ਇੱਕ ਜਿਹੜਾ ਮੈਰਾਥਨ ਰਨਰ ਹੈ ਜਾਂ ਰੇਸਰ ਹੈ, 5000 ਮੀਟਰਸ ਔਰ ਵਟਐਵਰ, ਉਹ ਜਿਹੜਾ ਸੀ ਉਹ ਭਾਗ ਮਿਲਖਾ ਕੀ ਸੀਗਾ ਨਾ ਆਇਆ, ਉਹਦੇ ਚ ਉਹ ਚੀਜ਼ ਦਿਖਾਈ ਸੀ, ਬਟ ਉਹ ਪੁਰਾਣੀ ਮਨੌਤ ਹੈਗੀ ਹੈ ਕਿ ਨੰਗੇ ਪੈਰੀ ਦੌੜਦੇ ਸਨ ਐਥਲੀਟਸ, ਤੇ ਉਹਨਾਂ ਨੂੰ ਕੋਈ ਕੰਕਰ ਪੱਥਰ ਵੱਜ ਜਾਂਦਾ ਸੀ ਟਰੈਕ 'ਚ, ਖੂਨੋਂ ਖੂਨ ਹੋਏ ਹੁੰਦੇ ਸਨ, ਪਤਾ ਹੀ ਨਹੀਂ ਸੀ ਲੱਗਦਾ, ਬਾਹਰ ਸੀਸੀ ਕਰਦੇ ਹੁੰਦੇ ਸਨ ਸਟੈਂਡਸ ਤੇ ਬੈਠੇ ਸਪੈਕਟੇਟਰਸ, ਉਹਨਾਂ ਨੂੰ ਪਤਾ ਹੀ ਨਹੀਂ ਸੀ ਹੁੰਦਾ। ਕਿਉਂ? ਕਿ ਉਸ ਵੇਲੇ ਉਹ ਉਹਨਾਂ ਦਾ ਮੋਟਿਵ ਜਿਹੜਾ ਸੀ ਉਹ ਕੁਛ ਹੋਰ ਹੁੰਦਾ ਸੀ। ਜਦੋਂ ਆ ਕੇ ਬਹਿੰਦੇ ਸਨ ਤੇ ਫਿਰ ਗਏ ਉਹ ਸੱਟ ਲੱਗ ਗਈ। So it's always, है ना? ਹੋਰ ਕੁਛ ਮੌਕਾ ਮਿਲ ਰਿਹਾ ਹੁਣ ਬੋਲ ਲਓ, ਇਹ ਸਾਨੂੰ ਮੌਕਾ ਹੀ ਨਹੀਂ ਦਿੱਤਾ। ਲੈ ਦੱਸ, ਦੇਖੋ ਕਿੱਡੀ ਵਧੀਆ ਅਸੀਂ ਬਲੇਮ ਗੇਮ ਕਰ ਦਿੰਦੇ ਹਾਂ। ਇਹ ਨਹੀਂ ਕਿ ਮੈਂ ਲੇਟ ਬੋਲੀ ਜਾਂ ਮੈਂ ਸੋਚਦੀ ਰਹਿ ਗਈ ਮੈਂ ਗੱਲ ਕਰਾਂ ਕਿ ਨਾ ਕਰਾਂ। See, this is what it is. Just kidding. ਹਾਂਜੀ, that's it. ਹੁਣ ਟਾਈਮ ਲੰਘ ਗਿਆ ਇੱਕ ਹੋਰ ਸ਼ਬਦ ਦਾ। ਹਾਂ, We can do Tanasri Melanoma next time. Continue. ਹਾਂਜੀ ਹਾਂਜੀ, Kaire ban khojan jaye. ਮਨ ਖੋਜਣ ਜਾਏ। ਹਾਂਜੀ, I was going to start ਤੇ ਨਹੀਂ ਕੋਈ ਗੱਲ ਨਹੀਂ, ਅਗਲੀ ਵਾਰੀ ਕਰ ਲਾਂਗੇ। ਕੋਈ ਹੋਰ ਗੱਲ ਕਰ ਲਓ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸ਼ਲੋਕ ਸਤਿ ਕਹੋ ਸੁਨ ਮਨ ਮੇਰੇ, ਸਰਨ ਪਰੋ ਹਰਿ ਰਾਏ।
ओकत सियानप सगल त्याग, नानक ले समाए। पौड़ी। ससा सियानप छाड़ इयाना, हिकमत हुक्म न प्रभ पतियाना। सहस पात करें चतुराई, संग तुहारे एक न जाई। सो सो जब दिन राती, रेजिए चले तुहारे साथी। साथ सेवा लावे जय आपै, नानक ताको दुख न व्यापै। साध सेवा लावे जय आपै, नानक ताको दुख न व्यापै। वाहिगुरु 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 वाहिगुरु। वाहिगुरु जी का खालसा, वाहिगुरु खालसा वाहिगुरु जी की फतेह। वेरी नाइस, थैंक यू।